ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਨਾਭ ਅਸੰਖ ਥਾਪ, ਅਗੰਮ ਅਗੰਮ ਅਸੰਖ ਲੋ। ਅਸੰਖ ਨਾਭ ਅਸੰਖ ਥਾਪ, ਅਗੰਮ ਅਗੰਮ ਅਸੰਖ ਲੋ। ਅਸੰਖ ਕਹਿ ਸਿਰ ਪਾਰ ਹੋਈ, ਅਖਰੀ ਨਾਮ ਅਖਰੀ ਸਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ। ਜਿਵ ਫੁਰਮਾਏ ਤਿਵ ਤਿਵ ਪਾਵਹਿ, ਜਿਵ ਫੁਰਮਾਏ ਤਿਵ ਤਿਵ ਪਾਹੀ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ, ਬਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋ ਪਾਵਨ ਜਪਜੀ ਸਾਹਿਬ ਪਾਵਨ ਬਾਣੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਜਿਵੇਂ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ, ਹੈ ਸਤਿਗੁਰੂ ਜੀ ਆਪ ਜੀ ਨੇ ਮਹਾਰਾਜ ਸਾਂਦਕੀ ਤੇ ਰਾਜਸੀ ਸ੍ਰਿਸ਼ਟੀ ਦੇ ਬਾਬਤ ਕਥਨ ਕੀਤਾ। ਫਿਰ ਤਾਮਸੀ ਸ੍ਰਿਸ਼ਟੀ ਦੇ ਬਾਬਤ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਥਨ ਕਰਕੇ ਦੱਸਿਆ। ਸਾਂਦਕੀ ਸ੍ਰਿਸ਼ਟੀ ਵਿੱਚ ਕਿਹੋ ਜਿਹੇ ਜੀਵ ਹਨ, ਰਾਜਸੀ ਸ੍ਰਿਸ਼ਟੀ ਵਿੱਚ ਕਿਹੋ ਜਿਹੇ ਜੀਵ ਹਨ, ਕਿਹੋ ਜਿਹੇ ਉਹਨਾਂ ਦੇ ਸੁਭਾਅ ਹੈ। ਫਿਰ ਤਾਮਸੀ ਸ੍ਰਿਸ਼ਟੀ ਵਿੱਚ ਵੀ ਆਪ ਜੀ ਨੇ ਕਥਨ ਕਰਕੇ ਦੱਸਿਆ।
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕਿੰਨੇ ਕੁ ਨਾਮ ਹੈ, ਕਿੰਨੀ ਕੁ ਗਿਣਤੀ ਹੈ, ਕਿੱਥੇ ਉਹਨਾਂ ਦੇ ਵਸਣ ਦੇ ਥਾਂ ਨੇ ਵੀ ਆਪ ਕਿਰਪਾ ਕਰਕੇ ਸਾਨੂੰ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਜੀ ਇਸ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। ਸਿੱਧਾਂ ਦੀ ਬੇਨਤੀ ਕਰਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ, ਜਿਸ ਵਿੱਚ ਤਾਮਸੀ ਸ੍ਰਿਸ਼ਟੀ ਦੇ ਜੀਵਾਂ ਦੇ ਬਾਬਤ ਵੀ ਕਥਨ ਕੀਤਾ ਔਰ ਅਨੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜੋ ਨਾਮ ਹਨ, ਜਿਨ੍ਹਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਬੇਅੰਤ ਪਰਮੇਸ਼ਰ ਦੇ ਨਾਮ ਹੈ। ਫਿਰ ਕਿਵੇਂ ਕਿਵੇਂ ਜਗਤ ਅੰਦਰ ਜੀਵਾਂ ਦੀ ਪਰਮਾਤਮਾ ਨੇ ਲਿਖਤਾਂ ਨੂੰ ਲਿਖਣਾ ਕੀਤਾ, ਕਿਵੇਂ ਪਰਮਾਤਮਾ ਨੇ ਜੀਵਾਂ ਦੇ ਸੰਯੋਗ ਬਣਾਵਣਾ ਕੀਤੇ ਆ, ਸਭ ਪਰਮੇਸ਼ਰ ਦੇ ਹੱਥਾਂ ਵਿੱਚ ਸ਼ਕਤੀਆਂ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਦੀਵੀ ਕਾਲ ਵਾਸਤੇ ਸਲਾਮਤ ਰਹਿਣ ਵਾਲਾ ਹੈ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਹੁਣ ਅਗਲੀ ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਭਾਵਨਾ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਨਾਭ ਅਸੰਖ ਥਾਪ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ 19ਵੀਂ ਪੌੜੀ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਆ, ਹੇ ਸਿੱਧੋ, ਜਗਤ ਅੰਦਰ ਜਿਹੜੇ ਤਾਮਸੀ ਲੋਕ ਹੈ ਨਾ, ਤਾਮਸੀ ਸ੍ਰਿਸ਼ਟੀ ਵਿੱਚ ਰਹਿਣ ਵਾਲੇ ਜਿਤਨੇ ਤਮੋ ਗੁਣੀ ਜੀਵ ਹੈ, ਤਿਨਾਂ ਦੇ ਬੇਅੰਤ ਹੀ ਨਾਮ ਹਨ, ਕਥਨ ਨਹੀਂ ਕੀਤੇ ਜਾ ਸਕਦੇ। ਅਸੰਖ ਨਾਵ ਅਸੰਖ ਥਾਵ। ਤੇ ਉਹਨਾਂ ਦੇ ਰਹਿਣ ਵਾਲੇ ਜਿਹੜੇ ਥਾਂ ਹਨ ਸੰਸਾਰ ਦੇ ਅੰਦਰ, ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕੋਈ ਨਰਕਾਂ ਦੀ ਅੱਗ ਵਿੱਚ ਪੈਂਦੇ ਆ, ਕੋਈ ਹਲਟ ਦੀਆਂ ਟੰਡਾਂ ਦੇ ਵਾਂਗ ਫਿਰ ਮਾਤਾ ਦੇ ਗਰਭ ਦੇ ਵਿੱਚ ਆ ਕਰਕੇ ਪੁੱਠੇ ਲਟਕਦੇ ਆ। ਫਿਰ ਅਨੇਕਾਂ ਹੀ ਸੰਸਾਰ ਦੇ ਐਸੇ ਜੀਵ ਹਨ ਵਾਸ਼ਨਾ ਦੇ ਬੱਝੇ ਹੋਏ ਬਾਰ-ਬਾਰ ਜਗਤ ਅੰਦਰ ਜਨਮ ਧਾਰਨ ਕਰਦੇ ਆ। ਕੋਈ ਛੋਟੇ ਛੋਟੇ ਕਿਰਮ ਬਣ ਜਾਂਦੇ ਆ, ਕੋਈ ਵੱਡੇ ਆਕਾਰਾਂ ਦੇ ਜੀਵ ਸਰੀਰ ਧਾਰਨ ਕਰ ਲੈਂਦੇ ਆ। ਜਿਹੋ ਜਿਹੀ ਮਨ ਵਿੱਚ ਵਾਸ਼ਨਾ ਵੱਧ ਜਾਂਦੀ ਹੈ, ਉਹੋ ਜਿਹੇ ਜੂਨ ਨੂੰ ਪ੍ਰਾਪਤ ਹੋ ਜਾਂਦੇ ਆ। ਐਸੇ ਤਮਾਮ ਸੰਸਾਰ ਦੇ ਜੀਵ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿਣ ਲੱਗੇ, ਹੈ ਸਿੱਧੋ, ਅਸੰਖ ਨਾਵ ਅਸੰਖ ਥਾਵ। ਅਣਗਿਣਤ ਹੀ ਉਹਨਾਂ ਦੇ ਨਾਮ ਹਨ, ਅਣਗਿਣਤ ਹੀ ਉਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਹਨ। ਜਿਵੇਂ ਨਰਕ ਵੀ ਸਾਧ ਸੰਗਤ ਜੀ ਇੱਕ ਤਰ੍ਹਾਂ ਦੀ ਨਹੀਂ ਹੈ, ਨਰਕਾਂ ਦੀ ਅੱਗ ਵੀ ਇੱਕ ਪ੍ਰਕਾਰ ਦੀ ਨਹੀਂ ਹੈ। ਜਦੋਂ ਜੀਵ ਨੂੰ ਸਾਧ ਸੰਗਤ ਜੀ ਤਸੀਹੇ ਦਿੱਤੇ ਜਾਂਦੇ ਆ ਨਾ, ਨਾਮ ਜਪਣ ਤੋਂ ਬਿਨਾਂ, ਜਿਸ ਨੇ ਕਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਹੁੰਦਾ, ਕਦੇ ਤਾਂ ਅਗਨੀ ਦੇ ਜੰਗਲ ਵਿੱਚੋਂ ਸਾਧ ਸੰਗਤ ਲੰਘਾਇਆ ਜਾਂਦਾ। ਫਿਰ ਜਿਹੜਾ ਵਨ ਪੱਤਰ ਹੁੰਦਾ ਹੈ, ਸਾਧ ਸੰਗਤ ਜੀ ਅਸਪੱਤਰ ਜੰਗਲ ਦੇ ਵਿੱਚੋਂ ਲੰਘਾਇਆ ਜਾਂਦਾ, ਜਿਹਦੀਆਂ ਤਲਵਾਰਾਂ ਦੇ ਵਾਂਗ ਪੱਤਰਾਂ ਹੁੰਦੀਆਂ ਨੇ। ਇੱਦਾਂ ਦੇ ਜੰਗਲ ਦੇ ਵਿੱਚੋਂ ਲੰਘਾਇਆ ਜਾਂਦਾ। ਬੈਤਰਣੀ ਖੂਨ ਤੇ ਪਾਕ ਦੀ ਨਦੀ ਹੁੰਦੀ, ਉਹਦੇ ਵਿੱਚੋਂ ਜੀਵ ਨੂੰ ਲੰਘਾਇਆ ਜਾਂਦਾ। ਇਸ ਪ੍ਰਕਾਰ ਨਰਕਾਂ ਦੀ ਅੱਗ ਦੇ ਵਿੱਚ ਪਾਇਆ ਜਾਂਦਾ। ਫਿਰ ਤਪਦੇ ਹੋਏ ਥੰਮਾਂ ਦੀ ਅੱਗ ਦੇ ਨਾਲ ਬੰਨ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਇਹ ਕਈ ਪ੍ਰਕਾਰ ਦੀ ਉਹਨਾਂ ਦੇ ਰਹਿਣ ਦੀਆਂ ਥਾਵਾਂ ਹਨ, ਜਿਹੜੇ ਤਾਮਸੀ ਜੀਵ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਹੈ ਸਿੱਧੋ, ਅਸੰਖ ਨਾਵ ਅਸੰਖ ਥਾਵ। ਅਣਗਿਣਤ ਐਸੇ ਤਾਮਥੀ ਜੀਵਾਂ ਦੇ ਨਾਉ ਹੈ, ਅਣਗਿਣਤ ਹੀ ਐਸੇ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਨਹੀਂ ਕਦੇ ਵੀ ਜੀਵਨ ਵਿੱਚ ਕੀਤਾ। ਅਣਗਿਣਤ ਹੀ ਉਹਨਾਂ ਦੀਆਂ ਨਰਕਾਂ ਵਿੱਚ ਰਹਿਣ ਵਾਲੀਆਂ ਥਾਵਾਂ ਹਨ। ਅਗੰਮ
ਅਗੰਮ ਅਸੰਖ ਲੋਹ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇੱਕ ਪਾਸੇ ਜਿਹੜੇ ਪੁੰਨੀ ਜੀਵ ਹੈ, ਜਿਨ੍ਹਾਂ ਨੇ ਜੀਵਨ ਦੇ ਅੰਦਰ ਪੁੰਨ ਕਰਮ ਭਲੇ ਕਰਮ ਕੀਤੇ ਹੈ, ਦੂਸਰੇ ਪਾਸੇ ਉਹ ਜੀਵ ਹਨ ਜਿਨ੍ਹਾਂ ਨੇ ਜੀਵਨ ਭਰ ਪਾਪ ਕਰਮ ਕੀਤੇ ਨੇ। ਕਦੇ ਵੀ ਜੀਵਨ ਦੇ ਵਿੱਚ ਕਦਾਚਿਤ ਵੀ ਚੰਗਾ ਨਹੀਂ ਕਰਮ ਕੀਤਾ, ਜੀਵਨ ਭਰ ਪਾਪ ਕਰਮ ਹੀ ਕਰਦੇ ਰਹੇ, ਬੁਰੇ ਸੋਚਦੇ ਰਹੇ, ਮਨ ਕਰਕੇ ਵੀ ਹਰ ਸਮੇਂ ਦੂਜਿਆਂ ਦਾ ਬੁਰਾ ਹੀ ਚਿਤਵਦੇ ਰਹੇ ਹੈ, ਔਰ ਤਨ ਕਰਕੇ ਵੀ ਬੁਰਾ ਹੀ ਕਰਦੇ ਰਹੇ ਹੈ। ਐਸੇ ਤਮਾਮ ਸੰਸਾਰ ਦੇ ਜੀਵ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਗੰਮ ਅਸੰਖ ਲੋਹ, ਲੋਹ ਨਾਮ ਗਮਤਾ ਦਾ ਹੈ। ਕਹਿੰਦੇ ਹਨ ਜਿਹੜੇ ਪਾਪੀ ਜੀਵ ਹੈ ਨਾ, ਉਹ ਪੁੰਨੀ ਵਾਲੇ ਥਾਵਾਂ ਤੇ ਗਮਤਾ ਨਹੀਂ ਆਪਣੇ ਬਲ ਦੁਆਰਾ ਕਰ ਸਕਦੇ, ਤੇ ਜਿਹੜੇ ਪੁੰਨੀ ਜੀਵ ਹੈ ਉਥੋਂ ਤੱਕ ਸਾਧ ਸੰਗਤ ਜੀ ਪਾਪੀ ਜੀਵਾਂ ਦੇ ਥਾਂ ਤੱਕ ਗਮਤਾ ਨਹੀਂ ਕਰ ਸਕਦੇ। ਜਿਨ੍ਹਾਂ ਨੇ ਭਲੇ ਕਰਮ ਕੀਤੇ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਜਾਣਾ ਪੈਂਦਾ, ਔਰ ਜਿਨ੍ਹਾਂ ਨੇ ਜੀਵਨ ਪਰ ਪਾਪ ਕਰਮ ਕੀਤੇ ਹੈ ਉਹ ਕਦਾਚਿਤ ਵੀ ਪੁੰਨੀ ਜੀਵਾਂ ਦੇ ਵਾਲੀ ਥਾਂ ਨੂੰ ਨਹੀਂ ਪ੍ਰਾਪਤ ਕਰ ਸਕਦੇ। ਐਸੀ ਉਹਨਾਂ ਦੀ ਸੰਸਾਰ ਦੇ ਅੰਦਰ ਜੀਵਾਂ ਦੀ ਹਾਲਤ ਹੈ। ਅਸੰਖ ਕਹਿ ਸਿਰ ਪਾਰ ਹੋਈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇੱਥੋਂ ਤੱਕ ਜਦੋਂ ਉਚਾਰਨ ਕੀਤਾ, ਫਿਰ ਕਹਿਣ ਲੱਗੇ, ਸਿੱਧ ਬੇਨਤੀ ਕਰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਦੇ ਕਿੰਨੇ ਕੁ ਨਾਮ ਹਨ, ਔਰ ਪਰਮਾਤਮਾ ਦੀ ਵਸਣ ਵਾਲੀ ਕਿਹੜੀ ਵਿਸ਼ੇਸ਼ ਕਰਕੇ ਥਾਂ ਹੈ। ਕਿਉਂਕਿ ਕਿਸੇ ਨੇ ਸਤਵੇਂ ਪਤਾਲ ਦੇ ਵਿੱਚ ਮੰਨਿਆ ਕਿ ਰੱਬ ਸਤਵੇਂ ਪਤਾਲ ਦੇ ਵਿੱਚ ਵਸਦਾ ਹੈ, ਕਿਸੇ ਨੇ ਸ਼ੇਸ਼ਨਾਗ ਦੀ ਸਤਾ ਤੇ ਮੰਨਣਾ ਕੀਤਾ ਹੈ, ਔਰ ਕਿਸੇ ਨੇ ਪੂਰਬ ਦੀ ਦਿਸ਼ਾ ਵੱਲ ਮੰਨਿਆ, ਕਿਸੇ ਨੇ ਪੱਛਮ ਦੇ ਵਿੱਚ ਹੀ ਮੰਨਿਆ, ਔਰ ਕੁਝ ਐਸੇ ਧਾਰਮਿਕ ਲੋਕ ਹਨ ਜਿਹੜੇ ਮਸੀਰ ਦੇ ਵਿੱਚ ਹੀ ਰੱਬ ਨੂੰ ਮੰਨਦੇ ਹੈ ਕਿ ਅੱਲਾਹ ਤਾਲਾ ਕੇਵਲ ਮਸੀਰ ਦੇ ਵਿੱਚ ਹੈ, ਹੋਰ ਕਿਸੇ ਥਾਂ ਤੇ ਨਹੀਂ ਹੈ। ਹੇ ਮਹਾਰਾਜ, ਆਪ ਜੀ ਦਾ ਕੀ ਕਥਨ ਹੈ? ਹੇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਆਪਣਾ ਵਿਚਾਰ ਦੱਸੋ ਕਿ ਪਰਮੇਸ਼ਰ ਦੀ ਕੇਵਲ ਇੱਕੋ ਥਾਂ ਹੀ ਹੈ ਵਸਣ ਵਾਲੀ, ਜਿਵੇਂ ਜਗਤ ਦੇ ਲੋਕਾਂ ਨੇ ਕਥਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਇਹ ਪੌੜੀ ਸ਼ੁਰੂ ਤੋਂ ਪੜ੍ਹ ਦੇਵੋ ਜੀ। ਅਸੰਖ ਨਾਮ ਅਸੰਖ ਥਾਵ। ਅਸੰਖ ਨਾਮ ਹੈ ਅਣਗਿਣਤ ਦਾ, ਸੰਖ ਵੀ ਗਿਣਤੀ ਦੇ ਵਿੱਚ ਆ ਜਾਂਦਾ ਹੈ, ਤੇ ਅਸੰਖ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਪਰਮੇਸ਼ਰ ਦੇ ਨਾਮ ਹਨ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰ ਬਲਾ। ਬੇਅੰਤ ਪਰਮੇਸ਼ਰ ਦੇ ਨਾਮ ਹਨ। ਜਿਵੇਂ ਸ਼ੇਸ਼ਨਾਗ ਦੇ ਬਾਬਤ ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਨਿਤ 1000 ਨਵਾਂ ਪਰਮੇਸ਼ਰ ਦਾ ਨਾਮ ਲੈਂਦਾ ਹੈ, ਨਿਤ ਹੀ। ਤਾਂ ਹੀ ਹਜੂਰ ਨੇ ਬਚਨ ਕੀਤੇ ਹਨ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਹੇ ਪਰਮਾਤਮਾ, ਕਿੰਨੇ ਕੋ ਨਾਮ ਆਪ ਜੀ ਦੇ ਕਥਨ ਕਰਾਂਗੇ। ਮਹਾਰਾਜ ਨਿਤ 1000 ਨਵਾਂ ਸ਼ੇਸ਼ਨਾਗ ਆਪ ਜੀ ਦੇ ਨਾਮ ਲੈ ਰਿਹਾ, ਫੇਰ ਵੀ ਆਪ ਜੀ ਦਾ ਭੇਦ ਨਹੀਂ ਪੈਂਦਾ। ਮਹਾਰਾਜ ਫੇਰ ਵੀ ਆਪ ਜੀ ਦੇ ਨਾਮਾਂ ਦਾ ਅੰਤ ਨਹੀਂ ਪੈਂਦਾ, ਤੇ ਸਮਗਰ ਗੁਣਾਂ ਨੂੰ ਕਿਵੇਂ ਆਪ ਜੀ ਦੇ ਕਥਨ ਕਰ ਸਕਦੇ ਹਾਂ। ਅਸੰਖ ਨਾਮ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ। ਹੇ ਅਕਾਲ ਪੁਰਖ ਪਰਮਾਤਮਾ, ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਰੂਪ, ਰੇਖ, ਰੰਗ, ਜਾਤ ਪਾਤ, ਚੱਕਰ ਚਿਹਨ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਫਿਰ ਮਹਾਰਾਜ ਤੁਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਮਹਾਰਾਜ ਕਿਹਦੇ ਵਿੱਚ ਇੰਨੀ ਮੱਤ ਹੈ ਜੋ ਆਪ ਜੀ ਦੇ ਸਮਗਰ ਨਾਮਾਂ ਨੂੰ ਕਥਨ ਕਰ ਸਕੇ। ਮਹਾਰਾਜ ਬੇਅੰਤ ਆਪ ਜੀ ਦੇ ਨਾਮ ਹਨ, ਬੇਅੰਤ ਆਪ ਜੀ ਦੀਆਂ ਵਡਿਆਈਆਂ ਨੇ, ਬੇਅੰਤ ਆਪ ਜੀ ਦੇ ਗੁਣ ਹਨ। ਨਾ ਤਾਂ ਸਮਗਰ ਆਪ ਜੀ ਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ, ਨਾ ਸਮਗਰ ਵਡਿਆਈਆਂ ਕਥਨ ਕੀਤੀਆਂ ਜਾ ਸਕਦੀਆਂ। ਮਹਾਰਾਜ ਨਾ ਹੀ ਪੂਰੇ ਨਾਮਾਂ ਨੂੰ ਆਪ ਜੀ ਦਾ ਕਥਨ ਕੀਤਾ ਜਾ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਹੇ ਮਹਾਰਾਜ, ਜ਼ੁਬਾਨ ਇੱਕ ਰਸਨਾ ਹੈ ਸਾਡੀ, ਨਾਮ ਆਪ ਜੀ ਦੇ ਬੇਅੰਤ ਹੈ, ਤੇ ਫਿਰ ਕਿਵੇਂ ਅੰਤ ਪਾਇਆ ਜਾ ਸਕਦਾ? ਜੇਕਰ ਮਹਾਰਾਜ ਨਿਤ 1000 ਨਾਮਾਂ ਲੈਣ ਵਾਲੇ ਅੰਤ ਨਹੀਂ ਪਾ ਸਕਦੇ, ਤੇ ਸਾਡੀ ਇੱਕ ਜ਼ੁਬਾਨ ਹੈ, ਕਿਵੇਂ ਆਪ ਜੀ ਦੇ ਨਾਮਾਂ ਦਾ ਅੰਤ ਪਾ ਸਕਦੀ ਹੈ? ਇਸ ਪ੍ਰਕਾਰ
ਹਜੂਰ ਕਹਿੰਦੇ ਹਨ, ਹੈ ਪਰਮਾਤਮਾ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰਬਲਾ। ਬੇਅੰਤ ਆਪ ਜੀ ਦੇ ਨਾਮ ਹੈ। ਤੇ ਸਾਧ ਸੰਗਤ ਜੀ ਗੁਣਾ ਕਰਕੇ, ਜਾਤੀ ਕਰਕੇ ਔਰ ਇਸੇ ਪ੍ਰਕਾਰ ਸਰੀਰ ਧਾਰਨ ਕਰਨੇ ਕਰਕੇ, ਕਿਰਿਆ ਕਰਕੇ, ਇਹਨਾਂ ਕੁਝ ਸੰਸਾਰ ਦੇ ਵਿਸ਼ੇਸ਼ ਕਰਕੇ, ਕਰਮਾਂ ਦੇ ਕਰਕੇ ਸਾਧ ਸੰਗਤ ਜੀ ਨਾਮ ਪੈਂਦੇ ਹੈ। ਜਿਵੇਂ ਜਾਤੀ ਦੀ ਕਰਕੇ ਸੂਰਜ ਵੰਸ਼ੀ ਹੁੰਦੇ ਹੈ, ਇਸੇ ਪ੍ਰਕਾਰ ਚੰਦਰ ਵੰਸ਼ੀ ਜਿਹੜੀਆਂ ਕੁਲਾਂ ਤੁਰੀਆਂ ਆ ਰਹੀਆਂ ਹਨ। ਫਿਰ ਗੁਣਾ ਕਰਕੇ ਵੀ ਨਾਮ ਪੈਂਦੇ ਹੈ, ਜਿਹੋ ਜਿਹੇ ਗੁਣ ਧਾਰਨ ਕੀਤੇ ਹੁੰਦੇ ਹੈ। ਸਰੂਪ ਕਰਕੇ ਵੀ ਨਾਮ ਪੈਂਦੇ ਹੈ। ਜਿਵੇਂ ਕ੍ਰਿਸ਼ਨ ਜੀ ਦਾ ਸਾਧ ਸੰਗਤ ਜੀ ਨਾਮ ਜਿਹੜਾ ਪਿਆ ਹੈ ਨਾ, ਦਾਮੋਦਰ, ਇਹ ਵੀ ਭਗਵਾਨ ਦਾ ਨਾਮ ਆਉਂਦਾ ਗੁਰਬਾਣੀ ਵਿੱਚ। ਦਾਮੋਦਰ ਨਾਮ ਹੈ। ਇਹ ਜੋ ਕਿਰਿਆ ਕਰਦੇ ਸਨ ਸਾਧ ਸੰਗਤ ਜੀ, ਮਾਤਾ ਜੀ ਨੇ ਜੋ ਰੱਸਾ ਲੈ ਕਰਕੇ ਤੇ ਪੇਟ ਨੂੰ ਬੰਨ੍ਹ ਕਰਕੇ ਪੇੜ ਦੇ ਨਾਲ ਬੰਨ੍ਹ ਦਿੱਤਾ ਸੀਗਾ। ਦਾਮ ਓਦਰ, ਓਦਰ ਨਾਮ ਪੇਟ ਦਾ ਹੈ ਤੇ ਦਾਮ ਨਾਮ ਹੈ ਰੱਸੀ ਦਾ। ਭਾਵ ਪ੍ਰੇਮ ਰੂਪ ਰੱਸੀ ਵਿੱਚ ਬਣਾਉਣ ਵਾਲਾ ਉਹ ਪਰਮੇਸ਼ਰ ਆਪ ਹੈ। ਇਹਦਾ ਅੰਤਰੀਵ ਅਰਥ ਇਹ ਬਣਦਾ ਹੈ। ਤੇ ਜਿਤਨੇ ਵੀ ਪਰਮੇਸ਼ਰ ਦੇ ਨਾਮ ਕਥਨ ਕੀਤੇ ਗੁਰਬਾਣੀ ਵਿੱਚ, ਕਿਤੇ ਸਾਧ ਸੰਗਤ ਜੀ ਦਾਮੋਦਰ ਹੈ, ਕਿਤੇ ਰਾਮ ਹੈ, ਔਰ ਵਾਹਿਗੁਰੂ, ਵਾਹ ਵਾਹਿਗੁਰੂ, ਕਿੰਨੇ ਪਰਮੇਸ਼ਰ ਦੇ ਨਾਮ ਉਚਾਰਨ ਕੀਤੇ ਹੈ। ਔਰ ਇਸੇ ਪ੍ਰਕਾਰ ਭਗਵਾਨ ਵੀ ਪਰਮੇਸ਼ਰ ਦਾ ਖੜ ਪਗਾ ਸੰਪੰਨ, ਨੂੰ ਪਰਮੇਸ਼ਰ ਨੂੰ ਭਗਵਾਨ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹ ਵੀ ਗੁਰਬਾਣੀ ਵਿੱਚ ਵਚਨ ਕੀਤਾ, ਮਧੂਸੂਦਨ। ਉਹ ਮਾਧੂ ਤੇ ਸੂਦਨ ਜਿਹੜਾ ਹੈ, ਮਾਧੂ ਤੇ ਕੀਟਪਕ ਦੋ ਦੈਂਤ ਹਨ, ਉਹਨਾਂ ਨੂੰ ਕੱਟਣ ਵਾਲਾ, ਉਹਨਾਂ ਦਾ ਸੰਘਾਰ ਕਰਨ ਵਾਲਾ ਉਹ ਪਰਮੇਸ਼ਰ ਹੈ। ਮਧੂਸੂਦਨ ਵੀ ਪਰਮੇਸ਼ਰ ਦਾ ਨਾਮ ਹੈ। ਤੇ ਮਾਧਵ ਮਾਇਆਪਤੀ ਉਹ ਪਰਮੇਸ਼ਰ ਦਾ ਨਾਮ ਹੈ। ਕਿੰਨੇ ਹੀ ਨਾਮ ਗੁਰਬਾਣੀ ਵਿੱਚ ਵੀ ਕਥਨ ਕੀਤੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪਰਮੇਸ਼ਰ ਫੇਰ ਵੀ ਆਪ ਜੀ ਦੇ ਨਾਮਾਂ ਦਾ ਅੰਤ ਨਹੀਂ ਪੈਂਦਾ। ਬੇਅੰਤ ਆਪ ਜੀ ਦੇ ਨਾਮ ਹਨ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹੈ, ਸਿੱਧੋ ਅਸੰਖ ਨਾਵ। ਤੇ ਫਿਰ ਜਦੋਂ ਬੇਨਤੀ ਕੀਤੀ ਹੈ, ਮਹਾਰਾਜ ਪਰਮੇਸ਼ਰ ਦੀ ਵਸਣ ਵਾਲੀ ਥਾਂ ਕਿਹੜੀ ਹੈ? ਹਜੂਰ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਕਿ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲਹ ਮੁਕਾਮਾ। ਕਹਿੰਦੇ ਦੱਖਣ ਦੀ ਦਿਸ਼ਾ ਵੱਲ ਜਿਹੜੇ ਹਿੰਦੂ ਮਤ ਵਾਲੇ ਹਿੰਦੂ ਵੀਰ ਮੰਨਦੇ ਆ ਕਿ ਕੇਵਲ ਰਾਮ ਦੱਖਣ ਦੀ ਦਿਸ਼ਾ ਵਾਲੇ ਹੈ, ਤੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਹੈ, ਮੁਸਲਮਾਨ ਵੀਰ ਹੈ, ਉਹ ਕਹਿੰਦੇ ਹਨ ਕਿ ਨਹੀਂ ਨਹੀਂ, ਪੱਛਮ ਅੱਲਹ ਮੁਕਾਮਾ, ਕੇ ਪੱਛਮ ਦੀ ਦਿਸ਼ਾ ਵੱਲ ਜਿਹੜਾ ਉਹ ਅੱਲਾਹ ਤਾਲਾ ਵਰਸਦਾ ਹੈ, ਖੁਦਾ ਕੇਵਲ ਪੱਛਮ ਦੀ ਦਿਸ਼ਾ ਵੱਲ ਹੈ, ਦੱਖਣ ਦੀ ਦਿਸ਼ਾ ਜਾਂ ਹੋਰ ਕਿਸੇ ਦਿਸ਼ਾ ਵਿੱਚ ਨਹੀਂ ਹੈ। ਤੇ ਕੁਝ ਸੰਸਾਰ ਦੇ ਐਸੇ ਜਿਹੜੇ ਧਾਰਮਿਕ ਜੀਵ ਹੈ ਜਿਨ੍ਹਾਂ ਨੇ ਕੇਵਲ ਮਸੀਰ ਦੇ ਵਿੱਚ ਹੀ ਰੱਬ ਨੂੰ ਮੰਨਣਾ ਕੀਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਸਤਿਗੁਰੂ ਜੀ ਦਾ ਆਛਾ ਹੈ, ਜੋ ਗੁਰਮਤਿ ਦੇ ਅਨੁਸਾਰ ਹੈ, ਜਿਵੇਂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਆਪਣੀ ਰਸਨਾ ਤੋਂ ਬਚਨ ਕੀਤੇ ਹੈ, ਜਿਵੇਂ ਜਮਾਨ ਕੀ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਧਰਤੀ ਹੈ, ਚਾਹੇ ਆਸਮਾਨ ਹੈ, ਪਾਣੀ ਹੈ, ਚਾਹੇ ਕਿਸੇ ਵੀ ਸੰਸਾਰ ਦੇ ਅੰਦਰ ਪਤਾਲ ਹਨ, ਸਭ ਥਾਵਾਂ ਤੇ ਪਰਮੇਸ਼ਰ ਦੀ ਸਮਾਨ ਜੋਤ ਵਰਤ ਰਹੀ ਹੈ। ਨਾ ਉਹ ਵੱਢੈ ਨਾ ਘਟਦਾ ਜਾਏ, ਅਕੁੱਲ ਨਿਰੰਜਨ ਏਕੈ ਪਾਏ। ਨਾ ਕਦੇ ਘਟਦਾ ਹੈ ਨਾ ਕਦੇ ਵੱਧਦਾ ਹੈ, ਇਕਸਾਰ ਉਹ ਪਰਮਾਤਮਾ ਦਾ ਸਰੂਪ ਸਭ ਜੀਵਾਂ ਦੇ ਅੰਦਰ ਵਿਆਪਕ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਪਰਮੇਸ਼ਰ ਦੀ ਵਿਸ਼ੇਸ਼ ਕਰਕੇ ਵਸਣ ਵਾਲੀ ਥਾਂ ਕਿਹੜੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕੋਈ 7ਵੇਂ ਪਤਾਲ ਦੇ ਵਿੱਚ ਮੰਨਦਾ ਹੈ, ਕੋਈ ਸ਼ੇਸ਼ ਨਾਗ ਦੀ ਸਤਾ ਤੇ ਮੰਨਦਾ ਹੈ, ਤੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਹਜੂਰ ਨੇ ਉਚਾਰਨ ਕੀਤਾ ਹੈ, ਸਿੱਖੋ ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਐਸਾ ਉਹ ਪਰਮੇਸ਼ਰ ਹੈ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਮਹੀ ਧਰਤੀ ਤੇ ਅਲ ਆਕਾਸ਼, ਸਭ ਥਾਵਾਂ ਤੇ ਜਿੱਥੇ ਕਿਤੇ ਵੀ ਪੈਦਾ ਕੀਤੇ ਹੋਏ ਜੀਵ ਹੈ,
ਹਰ ਥਾਂ ਤੇ ਕਿਸੇ ਨੇ ਇੱਕ ਦੇਸ਼ੀ ਪਰਮਾਤਮਾ ਨੂੰ ਮੰਨਿਆ, ਪਰ ਉਹ ਪਰਮਾਤਮਾ ਸਰਬਦੇਸ਼ੀ ਹੈ, ਸਰਬ ਵਿਆਪਕ ਹੈ। ਇਹ ਨਹੀਂ ਹੈ ਕਿ ਇਕੱਲਾ ਇਸ ਦੇਸ਼ ਦੇ ਵਿੱਚ ਹੈ, ਕੋਈ ਵੀ ਦੁਨੀਆ ਦਾ ਦੇਸ਼ ਹੈ, ਕੋਈ ਵੀ ਵਿਦੇਸ਼ ਹੈ, ਸਭ ਥਾਵਾਂ ਤੇ ਉਹ ਪਰਮਾਤਮਾ ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਹੇ ਸਿੱਧੋ, ਜਿਵੇਂ ਪਰਮੇਸ਼ਰ ਦੇ ਅਣਗਿਣਤ ਨਾਮ ਹਨ, ਤਿਵੇਂ ਪਰਮਾਤਮਾ ਦੀਆਂ ਵਸਣ ਵਾਲੀਆਂ ਥਾਵਾਂ ਵੀ ਅਣਗਿਣਤ ਹਨ। ਕਥਨ ਨਹੀਂ ਕੀਤਾ ਜਾ ਸਕਦਾ, ਇਹ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਵਿਸ਼ੇਸ਼ ਕਰਕੇ ਪਰਮੇਸ਼ਰ ਇਸੇ ਥਾਂ ਤੇ ਹੀ ਵਸਦਾ ਹੈ। ਅਣਗਿਣਤ ਉਹ ਪਰਮੇਸ਼ਰ ਥਾਵਾਂ ਤੇ ਵਸਣ ਵਾਲਾ ਹੈ। ਅਗੰਮ ਅਗੰਮ ਅਸੰਖ ਲੋਹ। ਤੇ ਮਹਾਰਾਜ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ? ਇੰਦਰੀਆਂ ਕਰਕੇ ਜਾਂ ਮਨ ਕਰਕੇ ਜਾਂ ਬੁੱਧੀ ਦੀ ਪਕੜ ਦੇ ਵਿੱਚ ਤਾਂ ਆ ਜਾਂਦਾ ਹੋਵੇਗਾ। ਵੇਦਾਂ ਸ਼ਾਸਤਰਾਂ ਦੇ ਦੁਆਰਾ ਨੂੰ ਵਸੀਕਾਰ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗੰਮ, ਮਨ ਕਰਕੇ ਵੀ ਜਿਸ ਪਰਮਾਤਮਾ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮਨ ਦਾ ਵੀ ਉਹ ਵਿਸ਼ਾ ਨਹੀਂ ਹੈ। ਫਿਰ ਅਗੰਮ ਇੰਦਰੀਆਂ ਦਾ ਵੀ ਅਵਿਸ਼ਾ ਹੈ। ਇੰਦਰੀਆਂ ਕਰਕੇ ਵੀ ਪਰਮਾਤਮਾ ਤੱਕ ਕਦੇ ਗਮਤਾ ਨਹੀਂ ਕੀਤੀ ਜਾ ਸਕਦੀ। ਐਸਾ ਲੋ ਪ੍ਰਕਾਸ਼ ਸਰੂਪ ਪਰਮੇਸ਼ਰ ਹੈ। ਫਿਰ ਵੇਦਾਂ ਕਰਕੇ ਵੀ ਪਰਮਾਤਮਾ ਤੱਕ ਕੋਈ ਗਮਤਾ ਨਹੀਂ ਕਰ ਸਕਦਾ। ਸ਼ਾਸਤਰਾਂ ਕਰਕੇ ਵੀ ਪਰਮਾਤਮਾ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਅਗੰਮ ਅਗੰਮ ਅਸੰਖ ਲੋ, ਐਸਾ ਅਣਗਿਣਤ ਪਰਮਾਤਮਾ ਦਾ ਸਰੂਪ ਹੈ। ਅਸੰਖ ਕਹਿ ਸਿਰ ਪਾਰ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਧੋ, ਅਣਗਿਣਤ ਐਸੇ ਜਗਤ ਦੇ ਜੀਵ ਹੈ ਜੋ ਸਿਰ ਪਰਨੇ ਹੋ ਕਰਕੇ ਪਰਮਾਤਮਾ ਦਾ ਕੋਈ ਜਾਪ ਜਪਦਾ ਪਿਆ, ਭਾਵ ਕਪਾਲੀ ਆਸਣ ਲਾ ਕੇ, ਕੋਈ ਜੰਗਲਾਂ ਵਿੱਚ ਜਾ ਕਰਕੇ ਪੁੱਠੇ ਲਟਕ ਕਰਕੇ ਪਰਮਾਤਮਾ ਦਾ ਜਾਪ ਕਰਦੇ ਪਏ ਹੈ। ਕੋਈ ਕਪਾਲੀ ਆਸਣ ਲਾ ਲੈਂਦਾ, ਕੋਈ ਧੂਣੀਆਂ ਤਾ ਲੈਂਦਾ, ਔਰ ਕੋਈ ਪਾਣੀ ਵਿੱਚ ਗਲ ਗਲ ਪਾਣੀ ਵਿੱਚ ਜਾ ਕਰਕੇ ਖੜ ਕੇ ਜਾਪ ਕਰਦਾ, ਕੋਈ ਬਰਫੀਲੇ ਪਹਾੜਾਂ ਵਿੱਚ ਜਾ ਕੇ ਜਾਪ ਕਰਦਾ। ਇਉਂ ਤਮਾਮ ਸੰਸਾਰ ਦੇ ਜੀਵ ਹੈ, ਵੱਖੋ ਵੱਖਰੇ ਸਾਧਨਾ ਕਰਕੇ ਪਰਮੇਸ਼ਰ ਨੂੰ ਯਾਦ ਕਰ ਰਹੇ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹੈ, ਸਿੱਧੋ, ਅਸੰਖ ਕਹੇ ਸਿਰ ਭਾਰ ਹੋਏ। ਸਿਰ ਪਰਨੇ ਹੋ ਕਰਕੇ, ਸਿਰ ਭਾਰ ਮਾਤਾ ਦੇ ਗਰਭ ਦੇ ਵਿੱਚ ਵੀ ਜੀਵ ਸਿਰ ਪਰਨੇ ਹੁੰਦਾ ਹੈ। ਜਿਹੜਾ ਸਿਰ ਹੁੰਦਾ ਹੈ ਧਰਤੀ ਵਾਲੇ ਪਾਸੇ ਹੁੰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਪੈਰ ਆਕਾਸ਼ ਦੇ ਵੱਲ ਹੁੰਦੇ ਹੈ। ਉਸ ਸਮੇਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗੀ ਹੁੰਦੀ ਹੈ। ਤੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਹੈ। ਸਾਧ ਸੰਗਤ ਜੀ ਕਹਿੰਦੇ ਕਿ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਉਹਨੂੰ 100 ਸਾਲ ਦਾ ਪਿਛਲੇ ਸਾਲਾਂ ਦਾ ਗਿਆਨ ਹੁੰਦਾ ਹੈ ਕਿ ਕਿਹੜੇ ਕਿਹੜੇ ਮੈਂ ਕਰਮ ਕੀਤੇ ਸਨ, ਕਿਵੇਂ ਕਿਵੇਂ ਜੀਵਨ ਨਿਰਵਾਹ ਕੀਤਾ ਸੀਗਾ। ਪਿਛਲੇ 100 ਸਾਲਾਂ ਦਾ ਜੀਵ ਨੂੰ ਗਿਆਨ ਹੁੰਦਾ। ਸੋ ਇਸ ਲਈ ਮਾਤਾ ਦੇ ਗਰਭ ਦੇ ਵਿੱਚ ਵੀ ਜੀਵ ਦੀ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਆ ਨਾ, ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਏਵਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਕਿ ਮਾਤਾ ਦੇ ਗਰਭ ਦੇ ਵਿੱਚ ਵੀ ਪੁੱਠੇ ਲਟਕੇ ਹੋਏ ਜੀਵ ਦੀ ਪਰਵਰਿਸ਼ ਕਰਦਾ ਹੈ ਪਰਮਾਤਮਾ। ਐਸਾ ਉਹ ਪਾਲਣਹਾਰਾ ਹੈ, ਐਸਾ ਉਹ ਦਿਆਲੂ ਪਰਮੇਸ਼ਰ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਆ। ਫਿਰ ਇਹ ਪੰਕਤੀ ਪੜੋ ਜੀ। ਸੰਖ ਕਹਿ ਸਿਰ ਪਾਰ ਹੋਏ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ, ਅਣਗਿਣਤ ਐਸੇ ਜੀਵ ਹਨ ਜਿਹੜੇ ਸਿਰ ਭਾਰ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਕਹਿ ਰਹੇ ਹੈ। ਅਣਗਿਣਤ ਐਸੇ ਜੀਵ ਹਨ ਮਾਤਾ ਦੇ ਗਰਭ ਦੇ ਵਿੱਚ ਵੀ ਜਨਮ ਤੋਂ ਪਹਿਲਾਂ ਪੁੱਠੇ ਲਟਕੇ ਹੋਏ ਪਰਮਾਤਮਾ ਨੂੰ, ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰ ਰਹੇ ਹਨ। ਅਖਰੀ ਨਾਮ ਅਖਰੀ ਸਲਾਹ। ਅੱਖਰਾਂ ਕਰਕੇ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਅੱਖਰਾਂ ਕਰਕੇ ਹੀ ਪਰਮੇਸ਼ਰ ਦੀਆਂ ਸਿਫਤ ਸਲਾਹਾਂ ਕੀਤੀਆਂ ਜਾਂਦੀਆਂ ਨੇ। ਤੇ ਅਖਰੀ ਨਾਮ ਕਰਮਾਂ ਦਾ ਵੀ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਤੁਰੋਂ ਹੀ ਚੰਗੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਹੈ। ਉਹਨਾਂ ਨੇ ਜਗਤ ਵਿੱਚ ਪਰਮੇਸ਼ਰ ਦਾ ਨਾਮ ਜਪਿਆ। ਅਖਰੀ ਨਾਮ ਅਖਰੀ ਸਲਾਹ,
ਤੇ ਪਰਮੇਸ਼ਰ ਦੀਆਂ ਸਿਫਤ ਸਲਾਹਾਂ ਕਿਹਨਾਂ ਨੇ ਗਾਈਆਂ? ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਮਸਤਕ ਦੇ ਚੰਗੇ ਕਰਮ ਲਿਖ ਕਰਕੇ ਪਾਏ ਹੈ। ਆਖਰੀ ਨਾਮ ਕਰਮਾਂ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿਣ ਲੱਗੇ, ਹੈ ਸਿੱਧੋ ਆਖਰੀ ਨਾਮ ਆਖਰੀ ਸਲਾਹ। ਉਹ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਹੈ, ਪਰਮੇਸ਼ਰ ਦੀਆਂ ਸਿਫਤ ਸਲਾਹਾਂ ਗਾਉਂਦੇ ਹੈ, ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਮਸਤਕ ਦੇ ਚੰਗੇ ਕਰਮ ਲਿਖ ਕਰਕੇ ਪਾਏ ਹਨ। ਅਖਰੀ ਗਿਆਨ ਗੀਤ ਗੁਣ ਗਾਹ। ਆਖਰੀ ਗਿਆਨ ਗੀਤ ਗੁਣ ਗਾਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਕਰਮਾਂ ਕਰਕੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਮਨੁੱਖ ਜੀਵਨ ਭਰ ਅਗਿਆਨਤਾ ਦੇ ਵਸ ਹੋ ਕੇ ਜੀਵਨ ਅਜਾਈਂ ਹੀ ਗਵਾ ਲੈਂਦਾ ਹੈ। ਜਿੰਨੀ ਦੇਰ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮਾਰਥ ਦੇ ਰਸਤੇ ਤੇ ਨਹੀਂ ਕਦੇ ਚੱਲ ਸਕਦਾ। ਜਿੰਨੀ ਦੇਰ ਤੱਕ ਅਗਿਆਨਤਾ ਦੇ ਵਸ ਵਿੱਚ ਹੈ, ਹਿਰਦੇ ਅੰਦਰ ਅਗਿਆਨ ਦਾ ਹਨੇਰਾ ਛਾਇਆ ਹੈ, ਕਦਾਚਿਤ ਵੀ ਸਵੈ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਰੋਂ ਹੀ ਪਰਮਾਤਮਾ ਨੇ ਜਿਨ੍ਹਾਂ ਦੇ ਮਸਤਕ ਦੇ ਚੰਗੇ ਲੇਖ ਲਿਖ ਕਰਕੇ ਪਾਏ ਹੈ, ਆਖਰੀ ਗਿਆਨ ਗੀਤ ਗੁਣ ਗਾ। ਉਹਨਾਂ ਨੇ ਪਰਮੇਸ਼ਰ ਦੇ ਗੀਤ ਵਾਹਿਗੁਰੂ ਦੇ ਜਸ ਗਾਏ ਹੈ ਔਰ ਗੁਣ ਗਾਹ। ਤਿੰਨਾਂ ਨੇ ਪਰਮੇਸ਼ਰ ਦੇ ਗੁਣ ਪ੍ਰਾਪਤ ਕੀਤੇ ਹੈ, ਸ਼ੁਭ ਗੁਣਾਂ ਦੀ ਪ੍ਰਾਪਤੀ ਕਰਕੇ ਗਾਹ ਪਰਮੇਸ਼ਰ ਸਰੂਪ ਹੋ ਜਾਣਾ ਕੀਤਾ। ਗਾਹ ਪ੍ਰਾਪਤੀ ਦਾ ਨਾਮ ਹੀ ਹੈ। ਤਿੰਨਾਂ ਨੇ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਗੁਰਮੁਖਾਂ ਨੇ ਕਰਮਾਂ ਅਨੁਸਾਰ ਪਰਮੇਸ਼ਰ ਦਾ ਜਸ ਕੀਤਾ, ਪਰਮੇਸ਼ਰ ਦਾ ਨਾਮ ਜਪਿਆ, ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਕਰ ਲਈ ਹੈ। ਅਗਿਆਨ ਦਾ ਹਨੇਰਾ ਜਿਨ੍ਹਾਂ ਨੇ ਮਿਟਾ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹੀ ਤੋਂ ਸ਼ਬਦ ਦੀ ਦਾਤ ਲੈ ਕੇ ਸ਼ਬਦ ਦਾ ਅਭਿਆਸ ਕਰ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਉੱਥੇ ਫਿਰ ਅਗਿਆਨ ਦਾ ਹਨੇਰਾ ਮਿਟ ਜਾਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਫਰਮਾਉਂਦੇ ਹੈ, ਸਿੱਧੋ ਆਖਰੀ ਗਿਆਨ ਗੀਤ ਗੁਣ ਗਾ। ਕਰਮਾਂ ਤੋਂ ਬਿਨਾਂ ਕਦਾਚਿਤ ਵੀ ਪਰਮੇਸ਼ਰ ਦੇ ਪ੍ਰਾਪਤੀ ਵਾਲੇ ਗਿਆਨ ਦੀ ਨਹੀਂ ਪ੍ਰਾਪਤੀ ਹੁੰਦੀ। ਜਿੰਨੀ ਦੇਰ ਤੱਕ ਮਸਤਕ ਦੇ ਚੰਗੇ ਕਰਮ ਨਾ ਹੋਵਣ। ਦੁਨੀਆ ਭਰ ਦਾ ਗਿਆਨ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਅਦਾਰਿਆਂ ਤੋਂ ਪ੍ਰਾਪਤ ਹੋ ਜਾਂਦਾ ਹੈ। ਹਜੂਰ ਕਹਿੰਦੇ ਪਰ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਜਿਹੜਾ ਗਿਆਨ ਹੈ ਨਾ, ਉਹ ਬਿਨਾਂ ਭਾਗਾਂ ਤੋਂ ਨਹੀਂ ਕਦਾਚਿਤ ਵੀ ਪ੍ਰਾਪਤ ਹੁੰਦਾ। ਜਿੰਨੀ ਦੇਰ ਤੱਕ ਪਰਮਾਤਮਾ ਦੀ ਬਖਸ਼ਿਸ਼ ਨਾ ਹੋਵੇ, ਪਰਮੇਸ਼ਰ ਦੇ ਗੁਣਾਂ ਨੂੰ ਵੀ ਉਚਾਰਨ ਨਹੀਂ ਕੀਤਾ ਜਾਂਦਾ ਔਰ ਸ਼ੁਭ ਗੁਣਾਂ ਦੇ ਧਾਰਨੀ ਬਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵੀ ਕਰਮਾਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਅਖਰੀ ਲਿਖਣ ਬੋਲਣ ਬਾਣ। ਕਿਸੇ ਦੇ ਮਨ ਵਿੱਚ ਲਿਖਣ ਸ਼ੈਲੀ ਦੀ ਸਾਧ ਸੰਗਤ ਮਨ ਵਿੱਚ ਇੱਛਾ ਹੁੰਦੀ ਹੈ। ਕਿਸੇ ਦੇ ਮਨ ਵਿੱਚ ਹੁੰਦਾ ਮੈਂ ਲਿਖਾਰੀ ਬਣਾ। ਕਿਸੇ ਜੀਵ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਮੈਂ ਬੁਲਾਰਾ ਬਣਾ, ਚੰਗਾ ਬਖਤਾ ਬਣ ਜਾਵਾਂ। ਪਰ ਹਜੂਰ ਕਹਿੰਦੇ ਆਖਰੀ ਕਰਮਾਂ ਤੋਂ ਬਿਨਾਂ ਵੀ ਦਾਤ ਨਹੀਂ ਕਦਾਚਿਤ ਵੀ ਪ੍ਰਾਪਤ ਹੁੰਦੀ। ਕਈ ਵਾਰ ਚੰਗੇ ਚੰਗੇ ਲੀਡਰ ਭਾਵੇਂ ਬਣ ਜਾਂਦੇ, ਉਹਨਾਂ ਨੂੰ ਬੋਲਣ ਦਾ ਹੀ ਪਤਾ ਨਹੀਂ ਹੁੰਦਾ ਕਿਵੇਂ ਬੋਲਣਾ ਹੈ। ਸਾਧ ਸੰਗਤ ਜੀ ਭਾਵੇਂ ਵੱਡੇ ਅਹੁਦੇ ਤੇ ਚਲੇ ਜਾਣ, ਪਰ ਬੋਲਣ ਸ਼ੈਲੀ ਨਹੀਂ ਉਹਨਾਂ ਨੂੰ ਆਉਂਦੀ ਹੁੰਦੀ। ਕਰਮਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਤੇ ਕਈ ਕਿੰਨਾ ਕਿੰਨਾ ਲਿਖਣ ਦਾ ਯਤਨ ਵੀ ਕਰਦੇ ਆ, ਜੀਵਨ ਭਰ ਯਤਨ ਕਰਦੇ ਰਹਿੰਦੇ ਆ, ਹਰ ਸਮੇਂ ਯਤਨਸ਼ੀਲ ਰਹਿੰਦੇ ਆ, ਪਰ ਲਿਖਣਾ ਆਉਂਦਾ ਹੀ ਨਹੀਂ। ਕਿਉਂਕਿ ਪਰਮਾਤਮਾ ਨੇ ਕਰਮਾਂ ਦੇ ਵਿੱਚ ਉਹ ਲੇਖ ਲਿਖ ਕਰਕੇ ਪਾਏ ਨਹੀਂ, ਜਿਸ ਕਰਕੇ ਲਿਖਣ ਦੀ ਜਾਂ ਬੋਲਣ ਦੀ ਸ਼ਕਤੀ ਪ੍ਰਾਪਤ ਹੋ ਜਾਵੇ। ਇਹ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਇਸ ਲਈ ਹਜੂਰ ਨੇ ਫਰਮਾਨ ਕੀਤਾ, ਆਖਰੀ ਲਿਖਣ ਬੋਲਣ ਬਾਣ। ਤੇ ਬਾਣ ਨਾਮ ਹੈ ਬਾਣੀ ਦਾ। ਜਿਹੜੀ ਚੰਗੇ ਬਾਣੀ ਚੰਗੇ ਬਚਨ ਬੋਲਣੇ ਆ ਨਾ, ਵੀ ਕਰਮਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੇ। ਨਹੀਂ ਤਾਂ ਜੀਵਨ ਭਰ ਭਾਵੇਂ ਅਯੋਗ ਲਫ਼ਜ਼ ਹੀ ਬੰਦਾ ਬੋਲੀ ਜਾਂਦਾ, ਕਬੂਲ ਬੋਲੀ ਜਾਂਦਾ, ਥੱਕਦਾ ਹੀ ਨਹੀਂ ਹੈ। ਪਤਾ ਨਹੀਂ ਹੁੰਦਾ ਜੀਵਨ ਦੇ ਵਿੱਚ ਕਿ ਮੈਂ ਚੰਗੇ ਬੋਲ ਬੋਲਾਂਗਾ, ਚੰਗੇ ਬੋਲ ਬੋਲਣ ਕਰਕੇ ਮੈਨੂੰ ਲੋਕ ਚੰਗਾ ਆਖਣਗੇ। ਪਰ ਰੱਬ ਨੇ ਇੰਨੀ ਸੋਝੀ ਨਹੀਂ ਨਾ ਦਿੱਤੀ। ਇੰਨੀ ਸੋਝੀ ਨਾ ਹੋਣੇ ਕਰਕੇ ਕਬੂਲ ਹੀ ਬੋਲਦਾ ਰਹਿੰਦਾ। ਉਹਨੂੰ ਪਤਾ ਨਹੀਂ ਹੈ ਕਿ ਮੈਂ ਕਬੂਲ ਬੋਲਾਂਗਾ ਤੇ ਮੇਰੀ ਇੱਜ਼ਤ ਚਲੀ ਜਾਵੇਗੀ। ਉਹ ਬੇਸਮਝਦਾ ਕਰਕੇ ਹਰ ਸਮੇਂ ਅਯੋਗ ਲਫ਼ਜ਼ ਹੀ ਬੋਲਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ,
ਅਖਰੀ ਲਿਖਣ ਬੋਲਣ ਬਾਣ। ਪਰਮਾਤਮਾ ਨੇ ਜਿਨ੍ਹਾਂ ਦੇ ਅਖਰੀ ਇਹ ਦਾਤ ਕਰਮਾਂ ਵਿੱਚ ਲਿਖ ਕਰਕੇ ਪਾ ਦਿੱਤੀ ਹੈ, ਤਿੰਨਾਂ ਨੂੰ ਲਿਖਣ ਸ਼ਕਤੀ ਪ੍ਰਾਪਤ ਹੋਈ ਹੈ, ਉਹ ਲਿਖਾਰੀ ਬਣ ਗਏ ਹੈ। ਜਿਨ੍ਹਾਂ ਨੇ ਪਰਮਾਤਮਾ ਤੇ ਬਖਸ਼ਿਸ਼ ਕੀਤੀ ਹੈ, ਤੁਰੋਂ ਹੀ ਐਸਾ ਮਸਤਕ ਦਾ ਚੰਗਾ ਲੇਖ ਲਿਖ ਕਰਕੇ ਪਾ ਦਿੱਤਾ ਹੈ, ਉਹਨਾਂ ਨੇ ਚੰਗੇ ਬਖਤੇ ਬਣ ਜਾਣਾ ਕੀਤਾ ਹੈ। ਪਰਮਾਤਮਾ ਦੀ ਜੇ ਬਖਸ਼ਿਸ਼ ਹੋ ਜਾਵੇ ਤਾਂ ਗਰੀਬ ਨਵਾਜ ਸਤਿਗੁਰੂ ਜੀ ਪਰਮੇਸ਼ਰ ਸਰੂਪ ਹਨ। ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰ ਦੇਣ ਤੇ ਚੰਗੇ ਬਖਤੇ ਬਣ ਜਾਈਦਾ। ਸਾਧ ਸੰਗਤ ਜੀ, 8ਵੇਂ ਸਰੂਪ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਭਾਈ ਛਿਜੋ ਝੀਵਰ ਜੀ ਤੋਂ ਸਾਧ ਸੰਗਤ ਜੀ ਗੀਤਾ ਦੇ ਅਰਥ ਕਰਵਾਈ ਸਨ, ਉੱਚ ਕੋਟੀ ਤੇ ਬਖਤੇ ਬਣਾ ਕਰਕੇ, ਜੋ ਜ਼ਬਾਨ ਤੋਂ ਗੂੰਗੇ ਤੇ ਕੰਨਾਂ ਤੋਂ ਬੋਲੇ ਸਨ। ਨਾ ਤਾਂ ਬੋਲਣਾ ਆਉਂਦਾ ਸੀ, ਨਾ ਕੰਨਾਂ ਦੇ ਨਾਲ ਸੁਣਨਾ ਆਉਂਦਾ ਸੀ, ਸੁਣਨ ਸ਼ਕਤੀ ਵੀ ਨਹੀਂ ਸੀ, ਨਾ ਬੋਲਣ ਸ਼ਕਤੀ ਸੀ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਉਸ ਸਮੇਂ ਗੂੰਗੇ ਵੀ ਬੋਲੇ ਵੀ ਸਾਧ ਸੰਗਤ ਜੀ ਬੋਲਿਆਂ ਨੂੰ ਸੁਣਨ ਲੱਗ ਪੈਂਦਾ ਹੈ। ਗੂੰਗਿਆਂ ਦਾ ਗੂੰਗਾਪਨ ਦੂਰ ਹੋ ਜਾਂਦਾ, ਚੰਗੇ ਬਖਤੇ ਬਣ ਜਾਂਦੇ ਹੈ। ਲਾਲ ਚੰਦ ਪੰਡਤ ਦੇ ਮਨ ਵਿੱਚ ਬੜਾ ਹੰਕਾਰ ਸੀ ਨਾ ਕਿ ਮੇਰੀ ਤਾਂ ਹੁਣ ਜਿੱਤ ਹੋਵੇਗੀ। ਨਗਰ ਦੇ ਵਿੱਚੋਂ ਜਾ ਕਰਕੇ ਨਾ ਪੰਜੋਖਰਾ ਸਾਹਿਬ ਨਗਰ, ਉੱਥੇ ਅਸਥਾਨ ਬਣਿਆ ਸਤਿਗੁਰੂ ਜੀ ਦੀ ਪਾਵਨ ਯਾਦ ਅੰਦਰ, ਤੇ ਝੀਵਰ ਜਾਤੀ ਦੇ ਭਾਈ ਛਿਜੂ ਜੀ ਨੂੰ ਬਾਂਹ ਫੜ ਕੇ ਲੈ ਆਇਆ ਸੀ ਕਿ ਨਾ ਇਹਨੂੰ ਕੁਝ ਸੁਣਨਾ ਤੇ ਨਾ ਕੁਝ ਬੋਲਣਾ, ਆਪੇ ਇਹਨਾਂ ਦੀ ਹੇਠੀ ਹੋਵੇਗੀ, ਮੇਰੀ ਜਿੱਤ ਹੋ ਜਾਵੇਗੀ। ਤੇ ਗੀਤਾ ਦੇ ਅਰਥ ਕੀਤੇ ਨਹੀਂ ਜਾਣੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫੜੀ ਹੋਈ ਹੱਥ ਵਿੱਚ ਛੜੀ ਭਾਈ ਛਿਜੂ ਜੀ ਦੇ ਸੀਸ ਤੇ ਰੱਖੀ ਤੇ ਸਾਰੀਆਂ ਵਿਦਿਆ ਸਫੁਰਨ ਹੋ ਗਈਆਂ। ਕਹਿਣ ਲੱਗੇ ਕਸਮਨੰ ਸ਼ਾਸਤਰ ਅਧੀਤੰ, ਕਿਹੜੇ ਸ਼ਾਸਤਰ ਦੇ ਵਿੱਚੋਂ ਮੇਰੇ ਨਾਲ ਤੂੰ ਚਰਚਾ ਕਰਨੀ ਚਾਹੁੰਦਾ ਹੈ ਪੰਡਿਤ? ਸਾਧ ਸੰਗਤ ਆਪ ਹੀ ਫਿਰ ਪਾਠ ਕਰ ਕਰਕੇ ਕਿੰਨੇ ਕਿੰਨੇ ਅਰਥ ਕਰ ਕਰਕੇ ਸੁਣਾਏ ਭਾਈ ਛਿਜੂ ਜੀ ਨੇ। ਤੇ ਜਿਹੜਾ ਲਾਲ ਚੰਦ ਪੰਡਿਤ ਸੀ ਕੰਬਣ ਲੱਗ ਪਿਆ, ਨੂੰ ਤਰੀਲੀਆਂ ਆਉਣ ਲੱਗ ਪਈਆਂ, ਬਣਿਆ ਕੀ ਹੈ? ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਅਖਰੀ ਲਿਖਣ ਬੋਲਣ ਬਾਣ। ਜਿੱਥੇ ਲਿਖਾਰੀ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਨਾ, ਬਖਸ਼ਿਸ਼ ਪਰਮਾਤਮਾ ਵੱਲੋਂ ਮਿਲ ਜਾਂਦੀ ਹੈ, ਉੱਥੇ ਬੁਲਾਰਾ ਚੰਗਾ ਬਖਤਾ ਬਣਨਾ ਵੀ ਪਰਮਾਤਮਾ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਚੰਗੇ ਕਰਮ ਲਿਖ ਕਰਕੇ ਪਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹੈ, ਉਹਨਾਂ ਨੇ ਵਾਹਿਗੁਰੂ ਦੇ ਬਚਨਾਂ ਨੂੰ ਬੋਲਣਾ ਕੀਤਾ ਹੈ। ਅਖਰਾ ਸਿਰ ਸੰਜੋਗ ਬਖਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਫਿਰ ਸਿੱਧਾ ਨੇ, ਹੇ ਮਹਾਰਾਜ ਆਪ ਜੀ ਕਿੰਨਾਂ ਅੱਖਰਾਂ ਦੇ ਬਾਬਤ ਕਥਨ ਕਰ ਰਹੇ ਹੋ? ਸਤਿਗੁਰੂ ਜੀ ਫਰਮਾਉਂਦੇ ਅੱਖਰਾਂ ਸਿਰ ਸੰਜੋਗ ਵਿਖਾਣ। ਜਿਨ੍ਹਾਂ ਅੱਖਰਾਂ ਦਾ, ਜਿਨ੍ਹਾਂ ਕਰਮਾਂ ਦਾ ਸਿਰ ਦੇ ਨਾਲ ਸੰਜੋਗ, ਭਾਵ ਮਸਤਕ ਦੇ ਪਰਮਾਤਮਾ ਨੇ ਤੁਰੋਂ ਜਿਨ੍ਹਾਂ ਦੇ ਸੰਜੋਗ ਇਹ ਲਿਖ ਕਰਕੇ ਬਣਾਏ ਹੈ, ਤੁਰੋਂ ਹੀ ਪਰਮਾਤਮਾ ਨੇ ਸੰਜੋਗ ਲਿਖ ਕਰਕੇ ਜਗਤ ਅੰਦਰ ਪੈਦਾ ਕੀਤਾ ਹੈ। ਅਸੀਂ ਉਹਨਾਂ ਕਰਮਾਂ ਦੇ, ਉਹਨਾਂ ਅੱਖਰਾਂ ਦੇ ਬਾਬਤ ਕਥਨ ਕਰ ਰਹੇ ਹਾਂ। ਅੱਖਰਾਂ ਸਿਰ ਸੰਜੋਗ ਵਿਖਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਅੱਖਰਾਂ ਦੇ ਬਾਬਤ, ਉਹਨਾਂ ਕਰਮਾਂ ਦੇ ਪਰਥਾਏ ਅਸਾਂ ਨੇ ਕਥਨ ਕੀਤਾ ਹੈ, ਜਿਨ੍ਹਾਂ ਕਰਮਾਂ ਕਰਕੇ ਹੀ ਜੀਵ ਜਗਤ ਅੰਦਰ ਚੰਗਾ ਲਿਖਾਰੀ ਬਣਦਾ, ਚੰਗਾ ਬਖਤਾ ਬਣਦਾ, ਜਾਂ ਫਿਰ ਪਰਮੇਸ਼ਰ ਦਾ ਜਸ ਗਾਉਂਦਾ। ਇਹ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਕਰਕੇ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ ਸਿੱਧ, ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਇਹ ਵੀ ਕਿਰਪਾ ਕਰਕੇ ਦੱਸੋ, ਜਿਸ ਬ੍ਰਹਮਾ ਦੀ ਡਿਊਟੀ ਪਰਮਾਤਮਾ ਨੇ ਲਗਾਈ ਹੈ, ਇਹ ਮਹਾਰਾਜ ਉਹਦੇ ਸਿਰ ਵੀ ਇਹ ਕਰਮ ਲਿਖੇ ਹੋਏ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ। ਨਾਹੇ ਨਾਮ ਪਤੀ ਦਾ ਹੈ, ਤੇ ਸਾਰੀ ਸ੍ਰਿਸ਼ਟੀ ਦਾ ਪਤੀ ਮਾਲਕ ਕੌਣ ਹੈ? ਪਰਮਾਤਮਾ। ਉਸ ਬ੍ਰਹਮਾ ਦੇ ਸਿਰ ਵੀ ਪਰਮਾਤਮਾ ਖੜਾ ਹੈ, ਕਿਉਂਕਿ ਇਹ ਜਿਤਨੇ ਵੀ ਦੇਵੀ ਸ਼ਕਤੀਆਂ ਦੇਵਤੇ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ, ਕਹਿੰਦੇ ਆ ਕਿ ਜਦੋਂ ਸਾਧ ਸੰਗਤ ਜੀ 14 ਇੰਦਰ ਵਿਨਾਸ਼ ਕਰ ਬ੍ਰਹਮੇ ਦਾ ਇੱਕ ਦਿਵਸ ਕਹਾਵੈ। 14 ਇੰਦਰ ਦੇਵ ਤੇ ਇੰਦਰ ਪਦਵੀ ਨੂੰ ਭੋਗ ਕਰਕੇ ਮਰ ਜਾਂਦੇ ਤੇ ਬ੍ਰਹਮਾ ਦਾ ਇੱਕ ਦਿਨ ਬਣਦਾ। ਇਹ ਦੇਵਤਿਆਂ ਦੀਆਂ ਵੀ ਪਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਨੇ। ਇਸ ਪ੍ਰਕਾਰ
ਆਪਣੀ ਉਮਰਾਂ ਨੂੰ ਭੋਗ ਕਰਕੇ ਫਿਰ ਸਾਧ ਸੰਗਤ ਜੀ ਕਾਲ ਦੀ ਲਪੇਟ ਵਿੱਚ ਆ ਜਾਂਦੇ ਹੈ। ਆਪੋ ਵਿੱਚ ਰੱਬ ਥੋੜ੍ਹਾ ਹੈ, ਪਰ ਅਗਿਆਤ ਹੋਣੇ ਕਰਕੇ ਅਸੀਂ ਇਹਨਾਂ ਨੂੰ ਰੱਬ ਮੰਨੀ ਬੈਠੇ ਹਾਂ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਆ ਨਾ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਕਹਿੰਦੇ ਜਗਤ ਦੇ ਅਗਿਆਤ ਜੀਵਾਂ ਦੀ ਅਜਿਹੀ ਹਾਲਤ ਹੈ, ਮਹਾਦੇਵ ਸ਼ਿਵ ਜੀ ਨੂੰ ਰੱਬ ਮੰਨੀ ਬੈਠੇ ਹੈ, ਔਰ ਜੋ ਅਕਾਲ ਪੁਰਖ ਪਰਮੇਸ਼ਰ ਹੈ ਉਸ ਪਰਮਾਤਮਾ ਦੇ ਸਰੂਪ ਨੂੰ ਤਾਂ ਜਾਣਦੇ ਨਹੀਂ। ਤੇ ਸਾਧ ਸੰਗਤ ਕਰੋੜਾਂ ਕਰੋੜਾਂ ਬ੍ਰਹਮੇ, ਕਰੋੜਾਂ ਕਰੋੜਾਂ ਵਿਸ਼ਨੂੰ, ਕਰੋੜਾਂ ਕਰੋੜਾਂ ਸ਼ਿਵ ਜੀ ਇੱਕ ਇੱਕ ਰੋਮ ਦੇ ਵਿੱਚ ਪਰਮਾਤਮਾ ਦੇ ਵਸਦੇ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਹੈ, ਔਰ ਫਿਰ ਕਰੋੜਾਂ ਹੀ ਉਹਨਾਂ ਦੀ ਉਤਪਤੀ ਕਰਨ ਵਾਲੇ, ਉਹਨਾਂ ਦੀ ਪਰਵਰਿਸ਼ ਕਰਨ ਵਾਲੇ, ਉਹਨਾਂ ਦੀ ਲਹਿਤਾ ਕਰਨ ਵਾਲੇ ਸ਼ਿਵ ਜੀ ਵਰਗੇ ਹਜੂਰ ਕਹਿੰਦੇ ਹਨ। ਤੇ ਇਹਨਾਂ ਨੂੰ ਅਗਿਆਤ ਜੀਵਾਂ ਨੇ ਰੱਬ ਮੰਨ ਲੈਣਾ ਕੀਤਾ, ਪਰ ਹਜੂਰ ਕਹਿੰਦੇ ਪਰਮੇਸ਼ਰ ਨੇ ਇਹਨਾਂ ਨੂੰ ਪੈਦਾ ਕੀਤਾ। ਤਮਾਮ ਐਸੇ ਪੈਦਾ ਕੀਤੇ ਹੋਈਆਂ ਦੇਵੀ ਸ਼ਕਤੀਆਂ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਹੇ ਸਿੱਧੋ ਜਿਨ ਇਹ ਲਿਖੇ ਤਿਸ ਸਿਰ ਨਾਹੇ, ਨਾਹੇ ਪਤੀ ਪਰਮੇਸ਼ਰ ਇਹਨਾਂ ਦੇ ਸਿਰ ਤੇ ਹੈ, ਅਕਾਲ ਪੁਰਖ ਪਰਮਾਤਮਾ। ਉਹ ਪਰਮਾਤਮਾ ਦਾ ਡਾਢਾ ਹੁਕਮ ਇਹਨਾਂ ਦੇ ਸਿਰ ਤੇ ਵਰਤਦਾ ਹੈ। ਸੋ ਇਸੇ ਪ੍ਰਕਾਰ ਫਿਰ ਇਹੀ ਪੰਕਤੀ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਜੋ ਮਾਲਕ ਸਾਰੀ ਸ੍ਰਿਸ਼ਟੀ ਦਾ ਬ੍ਰਹਮਾ ਆਦਿਕ ਦੇਵੀ ਸ਼ਕਤੀਆਂ ਦੇ ਸਿਰ ਤੇ ਖੜਾ ਡਾਢਾ ਹੁਕਮ ਉਹਦਾ ਵਰਤ ਰਿਹਾ, ਉਹਦੇ ਸਿਰ ਤੇ ਵੀ ਕਿਸੇ ਦਾ ਲੇਖ ਹੈਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ ਜਿਨ ਇਹ ਲਿਖੇ ਤਿਸ ਸਿਰ ਨਾਹੇ। ਉਹ ਪਰਮਾਤਮਾ ਦੇ ਸਿਰ ਕਿਸੇ ਦਾ ਲੇਖ ਨਹੀਂ ਹੈ। ਉਹ ਪਰਮੇਸ਼ਰ ਅਲੇਖ ਸਰੂਪ ਹੈ, ਅਲੇਖ ਹੈ, ਅਭੇਕ ਹੈ, ਅਨਾਮ ਹੈ, ਅਕਾਮ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਥਨ ਕੀਤਾ ਹੈ, ਕਹਿੰਦੇ ਅਲੇਖ ਸਰੂਪ ਹੈ ਪਰਮਾਤਮਾ। ਜਗਤ ਦੇ ਜੀਵਾਂ ਵਾਂਗ, ਦੇਵੀ ਸ਼ਕਤੀਆਂ ਵਾਂਗ ਕਦਾਚਿਤ ਵੀ ਲੇਖੇ ਵਿੱਚ ਆਉਣ ਵਾਲਾ ਨਹੀਂ ਹੈ। ਪਰਮਾਤਮਾ ਆਪ ਅਲੇਖ ਸਰੂਪ ਹੈ। ਐਸੀ ਸ਼ਕਤੀ, ਐਸੀ ਕੁਦਰਤ ਪਰਮਾਤਮਾ ਨੇ ਜਗਤ ਅੰਦਰ ਪ੍ਰਗਟ ਕੀਤੀ ਹੈ। ਜਿਵ ਫੁਰਮਾਏ ਤਿਵ ਤਿਵ ਪਾਹੇ, ਜਿਵੇਂ ਪਰਮਾਤਮਾ ਦਾ ਫਰਮਾਨ ਹੁੰਦਾ ਹੈ, ਤਿਵੇਂ ਤਿਵੇਂ ਇਹ ਦੇਵੀ ਸ਼ਕਤੀਆਂ ਉਹ ਹੁਕਮ ਪ੍ਰਵਾਨ ਕਰਦੀਆਂ ਨੇ, ਪਾਕ ਕਰਕੇ ਜਗਤ ਦੇ ਅੰਦਰ ਵਰਤਾਰਾ ਵਰਤਾਉਂਦੀਆਂ ਹਨ। ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵ ਫਰਮਾਏ ਤਿਵ ਤਿਵ ਪਾਹੇ। ਜਿਵੇਂ ਫਰਮਾਨ ਪਰਮੇਸ਼ਰ ਦਾ ਹੁਕਮ ਹੈ, ਜਿਵੇਂ ਜਿਵੇਂ ਪਰਮਾਤਮਾ ਦੀ ਰਜ਼ਾ ਵਰਤਦੀ ਹੈ, ਤਿਵੇਂ ਤਿਵੇਂ ਜਗਤ ਦੇ ਜੀਵਾਂ ਨੂੰ ਤਮਾਮ ਦਾਤਾਂ ਪ੍ਰਾਪਤ ਹੁੰਦੀਆਂ ਨੇ। ਤਿਵੇਂ ਤਿਵੇਂ ਕਰਮਾਂ ਅਨੁਸਾਰ ਜੀਵਾਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ, ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਚੱਲਦਾ ਹੈ। ਜੇਤਾ ਕੀਤਾ ਤੇਤਾ ਨਾਉ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਹੈ ਸਿੱਧੋ ਜਿੰਨਾ ਕੁਝ ਵੀ ਸੰਸਾਰ ਹੈ, ਸਾਰਾ ਬ੍ਰਹਿਮੰਡ ਪੈਦਾ ਕੀਤਾ, ਇਹ ਸਭ ਪਰਮੇਸ਼ਰ ਦੇ ਨਾਮ ਕਰਕੇ ਹੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਸਭ ਕੁਝ ਵਾਹਿਗੁਰੂ ਦੇ ਨਾਮ ਕਰਕੇ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੇ ਜਿਤਨੇ ਵੀ ਸੰਸਾਰ ਦੇ ਅੰਦਰ ਜਿੰਨੀਆਂ ਵੀ ਸ੍ਰਿਸ਼ਟੀਆਂ ਹਨ, ਜਿੰਨੇ ਖੰਡ ਹੈ, ਜਿੰਨੇ ਬ੍ਰਹਿਮੰਡ ਹੈ, ਸੂਖਸ਼ਮ ਤੇ ਸਥੂਲ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸਭ ਵਾਹਿਗੁਰੂ ਦੇ ਨਾਮ ਦੇ ਧਾਰਨ ਕੀਤੇ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ, ਜੇਤਾ ਕੀਤਾ ਤੇਤਾ ਨਾਉ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨਾ ਕੁਝ ਵੀ ਪੈਦਾ ਕੀਤਾ ਹੈ ਨਾ, ਇਹ ਜਾਣੋ ਕਿ ਪਰਮੇਸ਼ਰ ਦੇ ਨਾਮ ਜਪਣ ਦੇ ਵਾਸਤੇ ਪਰਮੇਸ਼ਰ ਨੇ ਪੈਦਾ ਕੀਤੇ ਆ। ਕਿਉਂਕਿ ਨਾਮ ਜਪੇ ਤੋਂ ਬਿਨਾਂ ਕਦੇ ਜੀਵ ਦਾ ਉਧਾਰ ਨਹੀਂ ਹੋ ਸਕਦਾ। ਬਿਨ ਨਾਵੈ ਨਾਹੀ ਕੋ ਥਾਉ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਣ ਨਾਵੈ, ਬਿਨ ਨਹੀਂ, ਵਿਣ ਨਾਵੈ ਨਾਹੀ ਕੋ ਥਾਉ। ਭਾਵੇ ਦੇ ਨਾਲ ਉਚਾਰਨ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਹੀ ਕੋ ਥਾਉ। ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਕਦੇ ਥਾਉ ਨਹੀਂ ਮਿਲ ਸਕਦੀ। ਪਰਮਾਤਮਾ ਦੇ ਦਰ ਤੇ ਕਦੇ ਢੋਈ ਥੋੜਾ ਮਿਲਣ ਵਾਲੀ ਹੈ,
ਕਿ ਜੀਵਨ ਪਰ ਪਾਪ ਕਰਮ ਕਰੀ ਜਾਵੇ, ਫੇਰ ਕਹੇ ਕਿ ਹੁਣ ਮੁਕਤ ਹੋ ਜਾਵਾਂ, ਇਹ ਨਾਮੁਮਕਿਨ ਹੈ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕਦੇ ਜੀਵ ਮੁਕਤ ਨਹੀਂ ਹੋ ਸਕਦਾ। ਇਸ ਲਈ ਹਜੂਰ ਕਹਿੰਦੇ ਵਿਣ ਨਾਵੈ ਨਾਹੀ ਕੋ ਥਾਓ, ਕਿਤੇ ਢੋਈ ਨਹੀਂ ਜੀਵ ਨੂੰ ਪ੍ਰਾਪਤ ਹੋਣ ਵਾਲੀ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਕੁਦਰਤ ਕਾਵਣ ਕਹਾ ਵਿਚਾਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮਾਤਮਾ ਦੀ ਸ਼ਕਤੀ ਦੇ ਬਾਬਤ ਤਾਂ ਕਥਨ ਕੀਤਾ ਜਾ ਸਕਦਾ ਹੋਵੇਗਾ। ਹਜੂਰ ਕਹਿੰਦੇ ਹਨ, ਹੇ ਸਿੱਧੋ, ਕਿਹਦੇ ਵਿੱਚ ਐਨੀ ਸ਼ਕਤੀ ਹੈ? ਕੌਣ ਐਸਾ ਕਿੰਨਾ ਵੱਡਾ ਵਿਚਾਰਵਾਨ ਹੈ ਜਿਹੜਾ ਪਰਮੇਸ਼ਰ ਦੀ ਸ਼ਕਤੀ ਨੂੰ ਕੋਈ ਕਥਨ ਕਰ ਸਕੇ? ਕਿਸੇ ਵਿੱਚ ਐਨੀ ਸਮਰੱਥਾ ਨਹੀਂ। ਕੋਈ ਵੀ ਜੀਵ ਐਸਾ ਵਿਚਾਰਵਾਨ ਨਹੀਂ, ਜਾਂ ਫਿਰ ਵਿਚਾਰ ਕਰ ਕਰਕੇ ਦੇਖ ਲਵੋ, ਪਰ ਪਰਮਾਤਮਾ ਦੀ ਸ਼ਕਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਾਰਿਆ ਨਾ ਜਾਵਾ ਏਕ ਵਾਰ। ਬਹੁਤੀ ਸ਼ਕਤੀ ਦਾ ਕੀ ਅੰਤ ਪਾਉਣਾ? ਇੱਕ ਰੋਮ ਮਾਤਰ ਵੀ ਪਰਮਾਤਮਾ ਦੀ ਸ਼ਕਤੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਅਕਾਲ ਪੁਰਖ ਪਰਮੇਸ਼ਰ ਨੂੰ ਭਾਵਦਾ ਹੈ, ਉਹ ਹੀ ਭਲੀ ਕਾਰ ਹੈ। ਪਰਮਾਤਮਾ ਦੀ ਰਜ਼ਾ ਨੂੰ ਹੀ ਸਤ ਮੰਨਣਾ ਚਾਹੀਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਉਂ ਬੇਨਤੀਆਂ ਕਰੀਏ, ਹੈ ਪਰਮਾਤਮਾ, ਤੂੰ ਸਦੀਵੀ ਕਾਲ ਵਾਸਤੇ ਸਲਾਮਤ ਸਰੂਪ ਹੈ। हे ਪਰਮੇਸ਼ਰ ਜੀ, ਆਪ ਜੁਗੋ ਜੁਗ ਅਟਲ ਰਹਿਣ ਵਾਲੇ ਹੋ। ਮਹਾਰਾਜ, ਕਦੇ ਵੀ ਆਪ ਜੀ ਦਾ ਸਰੂਪ ਚਲਾਈਮਾਨ ਹੋਣ ਵਾਲਾ ਨਹੀਂ ਹੈ, ਸਦਾ ਹੀ ਅਚਲ ਆਪ ਜੀ ਦਾ ਸਰੂਪ ਹੈ। ਔਰ ਇਸੇ ਪ੍ਰਕਾਰ ਇਸੇ ਪੌੜੀ ਦੇ ਅੰਦਰ ਸਾਧ ਸੰਗਤ ਜੀ ਅੰਤਰੀਵ ਅਰਥ ਵੀ ਹਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਕਿ ਪਰਮੇਸ਼ਰ ਦੇ ਜਾਪ ਦਾ ਕੀ ਮਹਾਤਮ ਹੈ। ਪਰਮੇਸ਼ਰ ਦਾ ਜਾਪ ਕਰਨੇ ਕਰਕੇ ਕਿੰਨੀਆਂ ਕਿੰਨੀਆਂ ਦਾਤਾਂ ਜੀਵ ਦੀ ਝੋਲੀ ਵਿੱਚ ਪੈ ਜਾਂਦੀਆਂ ਹਨ। ਜੋ ਜਗਿਆਸੂ ਵਾਹਿਗੁਰੂ ਦਾ ਜਾਪ ਕਰਦੇ ਹੈ, ਪਰਮਾਤਮਾ ਕਿੰਨੀ ਵੱਡੀ ਉੱਚੀ ਅਵਸਥਾ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਸ਼ੁਰੂ ਤੋਂ ਇਹ ਪੌੜੀ ਪੜੋ ਜੀ। ਅਸੰਖ ਨਾਮ ਅਸੰਖ ਥਾਵ। ਅਸੰਖ ਨਾਮ ਅਣਗਿਣਤ ਦਾ ਹੈ। ਜੋ ਅਣਗਿਣਤ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਅਸੰਖ ਥਾਵ, ਉਹਨਾਂ ਨੂੰ ਬ੍ਰਹਮ ਸਰੂਪ ਪਰਮਾਤਮਾ ਦੀ ਸਰੂਪ ਰੂਪੀ ਥਾਂ ਪ੍ਰਾਪਤ ਹੋ ਗਈ ਹੈ। ਕਿਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ? ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਕੀਤਾ ਹੈ। ਕਿਉਂਕਿ ਇੱਕ ਨਾਮ ਐਸੀ ਸ਼ਕਤੀ ਹੈ ਜੋ ਨਾਮੀ ਪਰਮਾਤਮਾ ਤੱਕ ਜੀਵ ਨੂੰ ਲੈ ਕੇ ਜਾ ਸਕਦੀ ਹੈ। ਦੁਨੀਆ ਦੇ ਹੋਰ ਜਿੰਨੇ ਵੀ ਸਾਧਨ ਹਨ, ਜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ ਜਾਂਦਾ ਤੇ ਸਾਰੇ ਹੀ ਫਿੱਕੇ ਹਨ। ਕਦੇ ਉਹਨਾਂ ਵਿੱਚ ਸਫਲਤਾ ਨਹੀਂ ਜੀਵ ਨੂੰ ਪ੍ਰਾਪਤ ਹੋ ਸਕਦੀ। ਜਿਵੇਂ ਸਾਧ ਸੰਗਤ ਜੀ, ਜੀਰੋਆਂ ਭਾਵੇਂ ਬੇਅੰਤ ਲਿਖ ਦਈਏ, ਪਰ ਏਕੇ ਤੋਂ ਬਿਨਾਂ ਕਿਸੇ ਦਾ ਮੁੱਲ ਨਹੀਂ ਪੈਂਦਾ। ਜਿਤਨੀਆਂ ਮਰਜ਼ੀ ਸਿਫਰਾਂ ਬਣਾਈ ਜਾਵੋ, ਪਰ ਏਕੇ ਤੋਂ ਬਿਨਾਂ ਕਿਸੇ ਦਾ ਮੁੱਲ ਨਹੀਂ ਹੈ। ਸ਼ੂਨੇ ਦਾ ਕਿਸੇ ਪ੍ਰਕਾਰ ਕੋਈ ਮੁੱਲ ਨਹੀਂ ਪੈਂਦਾ। ਇਵੇਂ ਹੀ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁਨੀਆ ਦੇ ਤਮਾਮ ਸਾਧਨ ਸਾਧ ਕਰਕੇ ਭਾਵੇਂ ਕੋਈ ਦੇਖ ਲਵੇ, ਪਰ ਹਜੂਰ ਕਹਿੰਦੇ ਹੋ ਕਿਸੇ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ। ਉਹਨਾਂ ਸਾਧਨਾਂ ਨੂੰ ਸਾਧਨੇ ਕਰਕੇ ਇੱਕ ਜਨਮ ਨਹੀਂ, ਭਾਵੇਂ ਕਿੰਨੇ ਬੇਅੰਤ ਜਨਮ ਧਾਰਨ ਕਰ ਕਰਕੇ ਸਾਧ ਲਵੇ, ਪਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਅਸੰਖ ਨਾਵ ਅਸੰਖ ਥਾਵ। ਥਾਵ ਨਾਮ ਹੈ ਸਰੂਪ ਦਾ। ਤਿੰਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਗਈ, ਪਰਮਾਤਮਾ ਦੀ ਅਭੇਰਤਾ ਮਿਲ ਗਈ, ਜਿਨ੍ਹਾਂ ਨੇ ਅਣਗਿਣਤ ਵਾਹਿਗੁਰੂ ਦੇ ਸਰੂਪ ਦਾ ਜਾਪ ਕੀਤਾ ਹੈ। ਅਗੰਮ ਅਗੰਮ ਅਸੰਖ ਲੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਗੁਰਮੁਖ ਪਿਆਰੇ ਐਸੀ ਉੱਚੀ ਅਵਸਥਾ ਵਾਲੇ ਬਣ ਗਏ ਕਿ ਉਹਨਾਂ ਦੀ ਸ਼ਕਤੀ ਬਿਰਤੀ ਦੇ ਤਾਈਂ ਕਦੇ ਗਮਤਾ ਨਹੀਂ ਕੀਤੀ ਜਾ ਸਕਦੀ। ਅਗੰਮ, ਉਹਨਾਂ ਦੀ ਸਮਾਨਤਾ ਨਹੀਂ ਕਦੇ ਕੀਤੀ ਜਾ ਸਕਦੀ। ਅਸੰਖ ਲੋ, ਜਿਨ੍ਹਾਂ ਨੇ ਲੋ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਜਾਪ ਕੀਤਾ ਹੈ, ਜਿਨ੍ਹਾਂ ਨੇ ਅਣਗਿਣਤ ਵਾਹਿਗੁਰੂ ਦੇ ਸਰੂਪ ਨੂੰ ਸਾਖਸ਼ਾਤ ਕਰਕੇ ਜਾਣਿਆ ਹੈ। ਹੇ ਪਰਮਾਤਮਾ,
ਹਰ ਇੱਕ ਘਟ ਦੇ ਅੰਦਰ ਆਪ ਜੀ ਦਾ ਪ੍ਰਕਾਸ਼ ਸਰੂਪ ਵਿਆਪਕ ਹੈ। ਤਿਨਾਂ ਗੁਰਮੁਖਾਂ ਦੇ ਸ਼ਕਤੀ ਬਿਰਤੀ ਦੀ ਸਾਧ ਸੰਗਤ ਦੀ ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਅਗੰਮ ਅਗੰਮ ਅਸੰਖ ਲੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਕਰਕੇ ਮਨ, ਜਿਸ ਪਰਮਾਤਮਾ ਤਾਈ ਮਨ ਕਰਕੇ ਵੀ ਗਮਤਾ ਨਹੀਂ ਕੀਤੀ ਜਾ ਸਕਦੀ, ਇੰਦਰੀਆਂ ਕਰਕੇ ਵੀ ਗਮਤਾ ਨਹੀਂ ਕੀਤੀ ਜਾ ਸਕਦੀ। ਅਸੰਖ ਲੋ, ਜਿਨ੍ਹਾਂ ਨੇ ਉਹ ਵਾਹਿਗੁਰੂ ਦਾ ਜਾਪ ਕੀਤਾ, ਤਿਨਾਂ ਦੇ ਹਿਰਦੇ ਅੰਦਰ ਪਰਮਾਤਮਾ ਸਾਖਸ਼ਾਤ ਹੋ ਗਿਆ ਹੈ। ਅਸੰਖ ਕਹਿ ਸਿਰ ਪਾਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਵਾਹਿਗੁਰੂ ਦੇ ਸਰੂਪ ਨੂੰ ਕਹਿਆ ਹੈ, ਉਚਾਰਨ ਕੀਤਾ ਹੈ। ਇਹ ਸਾਧ ਸੰਗਤ ਜੀ ਅੰਤਰੀ ਵਰਤ ਹੈ ਤਾਂ ਮਹਿੰਗੇ ਹੈ, ਪਰ ਜੇ ਧਿਆਨ ਜੋੜ ਕੇ ਸਰਵਣ ਕਰਾਂਗੇ ਫਿਰ ਸਮਝ ਪਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਕਹੇ ਸਿਰ ਭਾਰ ਹੋਏ। ਭਾਰ ਨਾਮ ਹੈ ਵਾਹਿਗੁਰੂ ਜੀ ਦੇ ਸਰੂਪ ਦਾ, ਜੋ ਅਧਿਸ਼ਠਾਨ ਐਸਾ ਡਾਢਾ ਪਰਮਾਤਮਾ ਦਾ ਸਰੂਪ ਹੈ ਜੋ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ। ਐਸਾ ਪਰਮੇਸ਼ਰ ਦਾ ਅਧਿਸ਼ਠਾਨ ਸਰੂਪ ਹੈ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਸਰੂਪ ਨੂੰ ਕਹੇ ਉਚਾਰਨ ਕੀਤਾ, ਆਪਣੇ ਮੁਖਾਰ ਬਿਨ ਤੋਂ ਕਹਿਆ ਹੈ, ਉਹਨਾਂ ਨੇ ਵਾਹਿਗੁਰੂ ਦੇ ਭਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਭਾਰ ਉਹਨਾਂ ਨੇ ਪਰਮਾਤਮਾ ਦੇ ਸਰੂਪ ਨੂੰ ਹਿਰਦੇ ਘਰ ਦੇ ਵਿੱਚੋਂ ਹੀ ਭਾਲ ਲਿਆ ਹੈ। ਉਹ ਜੰਗਲਾਂ ਦੇ ਵਿੱਚ ਨਹੀਂ ਭਟਕੇ, ਉਹਨਾਂ ਨੇ ਸੰਸਾਰ ਦੇ ਦਰ ਦਰ ਤੇ ਭਟਕਣਾ ਵਿੱਚ ਨਹੀਂ ਪੈਣਾ ਕੀਤਾ। ਜਿਨ੍ਹਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਦੇ ਹਿਰਦੇ ਘਰ ਦੇ ਵਿੱਚੋਂ ਹੀ ਭਾਲ ਲੈਣਾ ਕੀਤਾ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਐਸਾ ਉਹਨਾਂ ਦਾ ਜੀਵਨ ਹੈ, ਸਿਰ ਉਹਨਾਂ ਨੇ ਸ਼੍ਰੋਮਣੀ ਬਣ ਜਾਣਾ ਕੀਤਾ। ਜਿਵੇਂ ਪਰਮਾਤਮਾ ਸ਼੍ਰੋਮਣੀ ਸਰੂਪ ਹੈ ਨਾ, ਅਕਾਲ ਪੁਰਖ ਪਰਮੇਸ਼ਰ, ਤਿਵੇਂ ਉਹ ਗੁਰਮੁਖ ਪਿਆਰੇ ਵੀ ਵਾਹਿਗੁਰੂ ਜੀ ਦਾ ਸਰੂਪ ਹੋ ਗਏ ਹੈ। ਅਸੰਖ ਕਹੇ ਸਿਰ ਭਾਰ ਹੋਏ। ਸਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸਿਰੇ ਹੋ ਜਾਣਾ ਕੀਤਾ, ਭਾਵ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਉਚਾਰਨ ਕੀਤਾ ਹੈ। ਅਖਰੀ ਨਾਮ ਅਖਰੀ ਸਲਾਹ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਖਰੀ, ਜਿਹੜਾ ਖਰਦਾ ਨਹੀਂ ਹੈ। ਇੱਕ ਹੁੰਦਾ ਖਰ ਜਾਣਾ, ਭਾਵ ਨਾਸ ਹੋ ਜਾਣਾ, ਮਿਟ ਜਾਣਾ, ਹੋਂਦ ਹੀ ਮਿਟ ਜਾਣੀ, ਖਤਮ ਹੋ ਜਾਣਾ, ਉਹਨੂੰ ਖਰੀ ਜਾਂ ਖਰ ਆਖਿਆ ਜਾਂਦਾ। ਪਰ ਇੱਕ ਹੈ ਅਖਰੀ, ਜੋ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ ਨਾ, ਉਹ ਕਦੇ ਖੈ ਹੋਣ ਵਾਲਾ ਨਹੀਂ। ਅਖਰੀ ਨਾਮ ਅਖਰੀ ਸਾਲਾਹ। ਜਿਨ੍ਹਾਂ ਨੇ ਅਖਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਨਾਮ ਜਪਿਆ, ਉਹ ਪਰਮੇਸ਼ਰ ਦੀਆਂ ਹਰ ਸਮੇਂ ਸਿਫਤ ਸਲਾਹਾਂ ਕਰਦੇ ਹਨ। ਅਖਰੀ ਗਿਆਨ ਗੀਤ ਗੁਣ ਗਾਹ। ਹਜੂਰ ਕਹਿੰਦੇ ਹਨ ਜੋ ਅਖਰ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੈ, ਗੁਰਮੁਖਾਂ ਨੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਗਿਆਨ ਪ੍ਰਾਪਤ ਕਰਨਾ ਕੀਤਾ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕੀਤਾ, ਤਿਵੇਂ ਤਿਵੇਂ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਮਿਟ ਗਿਆ ਔਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ। ਜਿਨ੍ਹਾਂ ਨੇ ਅਕਾਲ ਪੁਰਖ ਅਖਰ ਵਾਹਿਗੁਰੂ ਦੇ ਸਰੂਪ ਨੂੰ ਜਪਣਾ ਕੀਤਾ, ਤਿਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਆਇਆ। ਫਿਰ ਤਿਨਾਂ ਨੇ ਅਕਾਲ ਪੁਰਖ ਪਰਮੇਸ਼ਰ ਦਾ ਹੀ ਜਸ ਗਾਇਆ ਹੈ ਔਰ ਹਰ ਇੱਕ ਤਮਾਮ ਸੰਸਾਰ ਦੇ ਜੀਵਾਂ ਨੂੰ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆ ਉਹਨਾਂ ਨੇ ਤੱਕ ਲੈਣਾ ਕੀਤਾ। ਗੁਣ ਗਾਹ ਤੇ ਉਹ ਗਾਹ ਸਤ ਸੰਗਤ ਰੂਪੀ ਥਾਂ ਦੇ ਵਿੱਚ ਆ ਕੇ ਪਰਮੇਸ਼ਰ ਦਾ ਤਿਨਾਂ ਨੇ ਵਾਹਿਗੁਰੂ ਦਾ ਸਿਮਰਨ ਕਰਨਾ ਕੀਤਾ। ਜਿਸ ਸਤ ਸੰਗਤ ਦੇ ਵਿੱਚ ਪਰਮਾਤਮਾ ਦਾ ਸਦਾ ਹੀ ਨਿਵਾਸ ਰਹਿੰਦਾ ਹੈ। ਅਖਰੀ ਲਿਖਣ ਬੋਲਣ ਬਾਣ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਨ੍ਹਾਂ ਨੇ ਅਖਰ ਵਾਹਿਗੁਰੂ ਦੇ ਸਰੂਪ ਦਾ ਜਾਪ ਕੀਤਾ, ਤਿਨਾਂ ਨੇ ਹਿਰਦੇ ਰੂਪੀ ਕਾਗਜ਼ ਤੇ ਪ੍ਰੀਤ ਰੂਪੀ ਕਲਮ ਲੈ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਰੂਪ ਕਾਗਜ਼ ਤੇ ਲਿਖ ਲੈਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਅਖਰੀ ਲਿਖਣ ਬੋਲਣ ਬਾਣਾ। ਤੇ ਜਿਨ੍ਹਾਂ ਗੁਰਮੁਖਾਂ ਨੇ ਪ੍ਰੀਤ ਰੂਪ ਕਲਮ ਲੈ ਕੇ ਇਹ ਸਾਧ ਸੰਗਤ ਹਿਰਦੇ ਰੂਪੀ ਕਾਗਜ਼ ਤੇ ਪਰਮੇਸ਼ਰ ਦਾ ਨਾਮ ਲਿਖ ਲਿਆ, ਬੋਲਣ ਬਾਣ,
ਉਹ ਫਿਰ ਦੁਨੀਆ ਦੀ ਬੋਲੀ ਨਹੀਂ ਬੋਲਣਾ ਕਰਦੇ, ਉਹ ਫਿਰ ਪਰਮਾਤਮਾ ਦੀ ਬੋਲੀ ਹੀ ਬੋਲਦੇ ਹੈ। ਪਰਮਾਤਮਾ ਦੇ ਗੁਣਾਂ ਨੂੰ ਹੀ ਬੋਲਣ ਰੂਪੀ ਹਰ ਸਮੇਂ ਬੋਲੀ ਬੋਲਦੇ ਹੈ। ਹਰ ਸਮੇਂ ਪਰਮਾਤਮਾ ਦਾ ਹੀ ਜਸ ਕਰਨ ਰੂਪੀ ਬੋਲਦੇ ਹਨ। ਅਖਰਾ ਸਿਰ ਸੰਜੋਗ ਬਖਾਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਗੁਰਸਿੱਖੋ, ਜਿਨ੍ਹਾਂ ਨੇ ਆਖਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਣਾ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦਾ ਸਤਿਨਾਮ ਦਾ ਜਾਪ ਜਪਿਆ, ਅੱਖਰਾਂ ਸਿਰ ਸੰਜੋਗ ਵਖਾਣ, ਤਿਨਾਂ ਦਾ ਪਰਮੇਸ਼ਰ ਦੇ ਨਾਲ ਸੰਜੋਗ ਬਣ ਜਾਣਾ ਕੀਤਾ, ਤਿਨਾਂ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਸੰਜੋਗ ਬਣ ਗਿਆ, ਜਿਨ੍ਹਾਂ ਨੇ ਅਖਾਰ ਪਰਮੇਸ਼ਰ ਦੇ ਸਰੂਪ ਦਾ ਜਾਪ ਕੀਤਾ ਹੈ। ਫਿਰ ਕਹਿੰਦੇ ਹਨ ਅੱਖਰਾਂ ਸਿਰ, ਉਹ ਫਿਰ ਸਭ ਤੋਂ ਸਿਰੋਂ ਸ਼੍ਰੋਮਣੀ ਬਣ ਗਏ ਹੈ। ਜਗਤ ਅੰਦਰ ਭਾਵੇਂ ਕਿੰਨਾ ਵੀ ਕੋਈ ਮਾਨਯੋਗ ਮਨੁੱਖ ਹੈ, ਕਿਤਨਾ ਵੀ ਆਦਰਯੋਗ ਕੋਈ ਜੀਵ ਹੈ, ਪਰ ਹਜੂਰ ਕਹਿੰਦੇ ਆ ਨਾ, ਭਗਤ ਬਰਾਬਰ ਔਰ ਨਾ ਕੋਈ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਦੇ ਬਰਾਬਰ ਕੋਈ ਦੁਨੀਆ ਦਾ ਆਦਰਯੋਗ ਮਾਨਣਯੋਗ ਕੋਈ ਵੀ ਵਿਅਕਤੀ ਨਹੀਂ ਹੋ ਸਕਦਾ। ਚਾਹੇ ਕੋਈ ਰਾਜਾ ਹੋਵੇ, ਚਾਹੇ ਪਰਜਾ ਵਿੱਚੋਂ ਹੋਵੇ, ਰਾਜਾ ਮਹਾਰਾਜਾ ਚੱਕਰਵਰਤੀ ਬਾਦਸ਼ਾਹ ਹੋਵੇ, ਕੋਈ ਵੀ ਸੰਸਾਰ ਦੇ ਅੰਦਰ ਜੀਵ ਹੋਵੇ, ਪਰ ਪਰਮੇਸ਼ਰ ਦੇ ਭਗਤ ਦੀ ਸਮਸਤ ਨਹੀਂ ਕੋਈ ਹੋ ਸਕਦਾ। ਇਸ ਪ੍ਰਕਾਰ ਹਜੂਰ ਕਹਿੰਦੇ ਅੱਖਰਾਂ ਸਿਰ ਸੰਜੋਗ ਵਖਾਣ, ਕਹਿੰਦੇ ਜਿਨ੍ਹਾਂ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਗਿਆ ਨਾ, ਸੰਜੋਗ ਬਣ ਗਿਆ, ਉਹਨਾਂ ਦੇ ਸਮਸਤ ਨਹੀਂ ਕੋਈ ਹੋ ਸਕਦਾ। ਤੇ ਵਖਾਣ ਹਰ ਸਮੇਂ ਫਿਰ ਪਰਮੇਸ਼ਰ ਦਾ ਨਾਮ ਦਾ ਹੀ ਕਥਨ ਕਰਦੇ ਹੈ, ਹਰ ਸਮੇਂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਹਰ ਸਮੇਂ ਉਚਾਰਦੇ ਹਨ। ਜਿਨ ਇਹ ਲਿਖੇ ਤਿਸ ਸਿਰ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਸ ਪਰਮਾਤਮਾ ਨੇ ਇਹ ਮਸਤਕ ਦੇ ਤੁਰੋਂ ਹੀ ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਹੈ, ਤੁਰੋਂ ਹੀ ਪਰਮਾਤਮਾ ਨੇ ਨਾਮ ਜਪਣ ਦੀ ਦਾਤ ਦੇ ਕਰਕੇ ਨਿਵਾਜਿਆ, ਉਸ ਪਰਮੇਸ਼ਰ ਦੇ ਸਿਰ ਕਿਸੇ ਪ੍ਰਕਾਰ ਦਾ ਕੋਈ ਲੇਖ ਨਹੀਂ ਹੈ। ਤੇ ਇਹਨਾਂ ਨੇ ਨਿਸ਼ਚੈ ਕਰਕੇ ਜਾਣਿਆ, ਜਿਨ੍ਹਾਂ ਨੇ ਪਰਮਾਤਮਾ ਦਾ ਜਾਪ ਕੀਤਾ ਹੈ। ਨਹੀਂ ਤਾਂ ਸ਼ੰਕਾਵਾਦੀ ਸ਼ੰਕੇ ਕਰਦੇ ਆ ਕਿ ਰੱਬ ਵੀ ਲੇਖੇ ਦੇ ਵਿੱਚ ਆਉਂਦਾ ਹੋਵੇਗਾ, ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ। ਪਰ ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਤਿਵੇਂ ਤਿਵੇਂ ਮਨ ਦੇ ਵਿੱਚੋਂ ਭਰਮ ਰੂਪੀ ਪਰਦਾ ਦੂਰ ਹੋਈ ਜਾਂਦਾ ਹੈ, ਤਿਵੇਂ ਤਿਵੇਂ ਸਭ ਸ਼ੰਕਿਆਂ ਦੀ ਨਿਵਰਤੀ ਹੋਈ ਜਾਂਦੀ ਹੈ। ਜਿਵੇਂ ਜਿਵੇਂ ਗੁਰੂ ਸ਼ਬਦ ਦਾ ਅਭਿਆਸ ਕੀਤਾ ਜਾਂਦਾ, ਤੇ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹਨਾਂ ਨੇ ਨਿਸ਼ਚੈ ਕਰਕੇ ਜਾਣਿਆ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਕਿ ਪਰਮਾਤਮਾ ਆਪ ਨੇ ਸਰਬੱਗ ਜੀਵਾਂ ਦੇ ਸਿਰ ਬਸਿਰ ਸਭ ਦੇ ਕਰਮਾਂ ਦੇ ਲੇਖ ਲਿਖ ਕਰਕੇ ਪਾਏ ਹੈ, ਪਰ ਪਰਮੇਸ਼ਰ ਆਪ ਦੇ ਸਿਰ ਕੋਈ ਲੇਖ ਨਹੀਂ ਹੈ, ਆਪ ਜੀ ਅਲੇਖ ਸਰੂਪ ਹੋ। ਜਿਵ ਫਰਮਾਏ ਤਿਵ ਤਿਵ ਪਾਹੇ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਨ੍ਹਾਂ ਨੇ ਭਾਵਨਾ ਕਰਕੇ ਪਰਮੇਸ਼ਰ ਦਾ ਜਾਪ ਕੀਤਾ, ਉਹ ਵੀ ਅਲੇਖ ਸਰੂਪ ਹੀ ਹੋ ਜਾਂਦੇ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਲੇਖਾ ਛੋੜ ਅਲੇਖਾ ਛੂਟਹ, ਹਮ ਨਿਰਗੁਣ ਦੇਹ ਉਬਾਰੀ। ਹੇ ਮਹਾਰਾਜ, ਆਪ ਕਿਰਪਾ ਕਰਕੇ ਸਾਨੂੰ ਭਵ ਸਾਗਰ ਵਿੱਚ ਉਬਾਰ ਲਓ, ਤਾਰ ਲਓ, ਪਾਰ ਕਰ ਲਓ, ਕਿਉਂਕਿ ਆਪ ਜੀ ਅਲੇਖ ਸਰੂਪ ਹੋ। ਤੇ ਮਹਾਰਾਜ ਸਾਨੂੰ ਵੀ ਲੇਖੇ ਤੋਂ ਰਹਿਤ ਕਰਨ ਦੀ ਸਮਰੱਥਾ ਰੱਖਣ ਵਾਲੇ ਹੋ, ਆਪ ਜੀ ਦੀ ਐਸੀ ਸਮਰੱਥਾ ਹੈ, ਹੋਰ ਕਿਸੇ ਵਿੱਚ ਐਸੀ ਸੰਸਾਰ ਦੇ ਦੈਵੀ ਸ਼ਕਤੀ ਵੀ ਸਮਰੱਥਾ ਨਹੀਂ ਜੀਵ ਦੇ ਲੇਖਾਂ ਨੂੰ ਮਿਟਾ ਸਕੇ। ਇਹ ਗੁਰੂ ਸ਼ਬਦ ਦੀ ਸਮਰੱਥਾ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਹੀ ਜੀਵ ਦੇ ਜਨਮ ਕੱਟੇ ਜਾਂਦੇ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ ਤਾਂ। ਇਹ ਸਤਿਗੁਰੂ ਜੀ ਦੀ ਸਮਰੱਥਾ ਹੈ, ਨਹੀਂ ਤਾਂ ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਪਰਮਾਤਮਾ ਨੇ ਪਰਾਰਬਧ ਵਿੱਚ ਲੇਖ ਲਿਖ ਕਰਕੇ ਪਾ ਦਿੱਤਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਕੋਈ ਟਾਲ ਸਕੇ, ਮਿਟਾ ਸਕੇ, ਹਟਾ ਸਕੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿੱਚ ਐਸੀ ਤਾਕਤ ਹੈ, ਬਹੁਤੇ ਨੂੰ ਥੋੜੇ ਦੇ ਵਿੱਚ ਭੁਗਤਾ ਦੇਣਾ, ਸੂਲੀ ਤੋਂ ਸੂਲ ਦੇ ਵਿੱਚ ਦੁੱਖ ਨੂੰ ਕੱਟ ਦੇਣਾ। ਇਹ ਸਤਿਗੁਰੂ ਜੀ ਦੇ ਸ਼ਬਦ ਦੇ ਵਿੱਚ ਐਸੀ ਪਾਵਰ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਉਹ ਗੁਰਸਿੱਖ ਜਗਿਆਸੂ ਜਨ ਗੁਰਮੁਖ ਪਿਆਰੇ ਅਲੇਖ ਸਰੂਪ ਹੋ ਜਾਂਦੇ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਧਰਮ ਰਾਜਾ ਵੀ ਉਹਨਾਂ ਦੇ ਸਾਧ ਸੰਗਤ ਜੀ ਹਿਸਾਬ ਕਿਤਾਬ ਵਾਲੇ ਵਾਹੀ ਦੇ ਕਾਗਜ਼ ਹੀ ਪਾੜ ਦਿੰਦਾ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਲੇਖ ਕਰ ਦਿੰਦੇ ਹਨ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ। ਜਿਵ ਫਰਮਾਏ ਤਿਵ ਤਿਵ ਪਾਹੇ। ਹਜੂਰ ਕਹਿੰਦੇ ਹਨ ਜਿਵੇਂ ਪਰਮਾਤਮਾ ਦਾ ਫਰਮਾਨ ਹੁੰਦਾ ਹੈ, ਤਿਵੇਂ ਤਿਵੇਂ ਗੁਰਮੁਖ ਪਿਆਰੇ ਪਰਮੇਸ਼ਰ ਦੀ ਰਾਜਾ ਵਿੱਚ ਰਹਿ ਕਰਕੇ ਜਗਤ ਅੰਦਰ ਜੀਵਨ ਨਿਰਵਾਹ ਕਰਦੇ ਆ, ਤਿਵੇਂ ਤਿਵੇਂ ਦਾਤਾਂ ਪ੍ਰਾਪਤ ਕਰਦੇ ਆ। ਜਿਵੇਂ ਜਿਵੇਂ ਪਰਮਾਤਮਾ ਉਹ ਦਾਤ ਦੇ ਕਰਕੇ ਨਿਵਾਜਦਾ ਹੈ, ਕਦੇ ਪਰਮੇਸ਼ਰ ਦੇ ਕੀਤੇ ਹੋਏ ਤੇ ਕੋਈ ਸ਼ਿਕਵਾ ਨਹੀਂ ਕਰਦੇ, ਕੋਈ ਸ਼ੰਕਾ ਨਹੀਂ, ਕੋਈ ਕਾਨ ਕਨੌਟ ਨਹੀਂ, ਕਿਉਂਕਿ ਸਾਡਾ ਸੁਭਾਅ ਹੁੰਦਾ ਹੈ ਜੇਕਰ ਸੁਖੀ ਹੋਈਏ ਤੇ ਫਿਰ ਕਹਿਣਾ ਜੀ ਆਹ ਕੰਮ ਮੈਂ ਕੀਤਾ। ਕੋਈ ਔਕੜ ਦਾ ਸਮਾਂ ਆ ਜਾਵੇ, ਦੁੱਖ ਲੱਗ ਜਾਵੇ, ਕੋਈ ਨੌਜਵਾਨ ਜੀਵ ਚੜ੍ਹਾਈ ਕਰ ਜਾਵੇ ਤੇ ਰੱਬ ਨੂੰ ਤਾਨੇ ਮਾਰੀ ਦੇ, ਰੱਬਾ ਸਿੰਘ ਹੀ ਤੇਰਾ ਵਿਗਾੜਿਆ ਸੀਗਾ। ਚੰਗਾ ਕੀਤਾ ਤੇ ਆਖਣਾ ਮੈਂ ਕੀਤਾ, ਜੇ ਬੁਰਾ ਹੋ ਗਿਆ ਤੇ ਆਖਣਾ ਰੱਬਾ ਤੂੰ ਕੀਤਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਪਰਮੇਸ਼ਰ ਤਾਂ ਸਭ ਦਾ ਭਲਾ ਹੀ ਮਨਾਵਦਾ, ਕਦੇ ਕਿਸੇ ਦਾ ਬੁਰਾ ਨਹੀਂ ਚਿਤਵਦਾ। ਬੁਰਾ ਤਾਂ ਕਰੇ ਨਾ ਜੇ ਕੋਈ ਦੂਜਾ ਹੋਵੇ। ਹਰ ਇੱਕ ਜੀਵ ਦੇ ਅੰਦਰ ਤਾਂ ਪਰਮੇਸ਼ਰ ਆਪ ਵਿਆਪਕ ਹੈ ਤੇ ਬੁਰਾ ਕਿਹਦਾ ਸੋਚੇਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਜਾਪ ਕੀਤਾ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ। ਜੇਤਾ ਕੀਤਾ ਤੇਤਾ ਨਾਉ। ਜੇਤਾ ਕੀਤਾ, ਜਿੰਨਾ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਸੰਸਾਰ ਹੈ, ਜਿਤਨੀ ਵੀ ਤਮਾਮ ਸ੍ਰਿਸ਼ਟੀਆਂ ਪਰਮੇਸ਼ਰ ਦੀਆਂ ਬਣਾਈਆਂ ਨੇ, ਤੇਤਾ ਨਾਉ, ਹਰ ਇੱਕ ਜੀਵ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨੀ ਉਹ ਸੁਣਦੇ ਆ। ਪਰਮੇਸ਼ਰ ਦੇ ਪਿਆਰੇ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਕਿ ਪਰਮਾਤਮਾ ਤੂੰ ਬ੍ਰਹਮ ਤੂੰ ਆਪ ਹੀ ਦੇਖ ਰਿਹਾ ਹੈ, ਪਰਮੇਸ਼ਰ ਤੂੰ ਆਪ ਹੀ ਸੁਣ ਰਿਹਾ ਹੈ, ਪਰਮਾਤਮਾ ਤੂੰ ਆਪ ਹੀ ਸਭ ਜੀਵਾਂ ਰੂਪ ਹੋ ਕਰਕੇ ਬੋਲ ਰਿਹਾ ਹੈ। ਜੋ ਬੋਲਤ ਹੈ ਮ੍ਰਿਗ ਮੀਰ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਹਨ ਕਿ ਜੋ ਕੁਝ ਵੀ ਮ੍ਰਿਗ ਹੈ, ਮੀਨ ਹੈ, ਪੰਖੇਰੂ ਪੰਛੀ ਹੈ, ਮੋਰ ਹੈ, ਚਾਹੇ ਮੱਛੀ ਹੈ, ਕਿਸੇ ਵੀ ਪ੍ਰਕਾਰ ਦਾ ਕੋਈ ਜੀਵ ਹੈ, ਸੋ ਬਿਨ ਹਰ ਜਾਪਤ ਨਹੀਂ ਹੋਰ। ਕਹਿੰਦੇ ਵਾਹਿਗੁਰੂ ਦੇ ਜਾਪ ਤੋਂ ਬਿਨਾਂ ਨਹੀਂ ਹੋਰ ਕੋਈ ਜਾਪਦਾ ਪਿਆ। ਜਿਤਨੇ ਵੀ ਸੰਸਾਰ ਦੇ ਤਮਾਮ ਜੀਵ ਹੈ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਰਮੇਸ਼ਰ ਤੋਂ ਬਿਨਾਂ ਕੋਈ ਬੋਲਦਾ ਹੀ ਨਹੀਂ ਹੈ ਦੂਸਰਾ। ਪਰ ਇਹ ਗੁਰਮੁਖਾਂ ਦੇ ਬੰਦਗੀ ਕਰਨ ਵਾਲਿਆਂ ਦੇ ਹਿੱਸੇ ਆਇਆ ਹੈ, ਜਿਨ੍ਹਾਂ ਨੇ ਭਾਵਨੀ ਦੇ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਵਿਣ ਨਾਵੈ ਨਾਹੀ ਕੋ ਥਾਉ। ਉਹ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਕਹਿੰਦੇ ਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਦੂਜੀ ਥਾਮ ਹੈ ਹੀ ਨਹੀਂ ਹੈ। ਉਹ ਕੰਧਾਂ ਦੇ ਵਿੱਚੋਂ ਵੀ ਨਾਮ ਦੀ ਧੁਨੀ ਸੁਣਦੇ ਆ, ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ 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 ਦੀ ਧੁਨੀਆਂ ਆਵਾਜ਼ ਸੁਣਦੀਆਂ ਹਨ। ਜਿਵੇਂ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤਿੰਨਾਂ ਦੇ ਜੀਵਨ ਦੇ ਵਿੱਚ ਗਾਥਾ ਮਿਲਦੀ ਹੈ। ਸਾਧ ਸੰਗਤ ਜੀ ਜਦੋਂ ਡਾਕਟਰ ਨੇ ਆ ਕਰਕੇ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ ਸੀ, ਕਹਿੰਦਾ ਸੀ ਕਿ ਮਹਾਂਪੁਰਖੋ ਆਪਣੇ ਜੀਵਨ ਦੀ ਕੋਈ ਅਵਸਥਾ ਸੁਣਾਵੋ। ਸੰਖੇਪ ਰੂਪ ਦੇ ਵਿੱਚ ਬੇਨਤੀ ਕਰ ਦੇਵਾਂ, ਸਮਾਂ ਸਮਾਪਤ ਹੋ ਚੁੱਕਾ ਹੈ। ਆ ਕੇ ਕਹਿਣ ਲੱਗਾ ਮਹਾਂਪੁਰਖੋ ਆਪਣੀ ਅਨੋਖੀ ਕੋਈ ਜੀਵਨ ਦੀ ਮਹਾਂਪੁਰਖੋ ਅਵਸਥਾ ਸੁਣਾਵੋ। ਤੇ ਮਹਾਂਪੁਰਖ ਚੁੱਪ ਕੀਤੇ ਰਹੇ। ਤੇ ਜਦੋਂ ਕਹਿਣ ਲੱਗਾ ਫਿਰ ਕਹਿੰਦਾ ਕਿ ਜਿਹੜੇ ਸਾਧੂ ਹੁੰਦੇ ਢੋਲ ਵਰਗੇ ਹੁੰਦੇ ਹੈ, ਜਿਵੇਂ ਡੱਗੇ ਤੇ ਚੋਟ ਮਾਰੀ ਆਵਾਜ਼ ਆਉਂਦੀ ਹੈ ਨਾ, ਫਿਰ ਆਵਾਜ਼ ਕਰਦਾ। ਕਹਿੰਦਾ ਕਿ ਮੈਂ ਪਹਿਲਾਂ ਸ਼ੁਰੂ ਕਰਦਾ ਸੰਕਲਪ ਰੂਪੀ ਬੇਨਤੀ ਰੂਪ, ਕਹਿੰਦਾ ਮੈਂ ਡੱਗੇ ਤੇ ਹੁਣ ਆਵਾਜ਼ ਕਰਦਾ, ਫਿਰ ਆਪੇ ਤੁਸੀਂ ਕੋਈ ਨਾ ਕੋਈ ਬਚਨ ਸੁਣਾਵੋਗੇ। ਤੇ ਕਹਿਣ ਲੱਗਾ ਮਹਾਂਪੁਰਖੋ ਐਸੀ ਮੇਰੇ ਤੇ ਕਿਰਪਾ ਹੈ ਪਰਮੇਸ਼ਰ ਦੀ ਕਿ ਜਦੋਂ ਮੈਂ ਆਪਣੀ ਕਾਰ ਦੇ ਵਿੱਚ ਬੈਠ ਕੇ ਚਲਾਉਂਦਾ ਹਾਂ ਨਾ, ਤੇ ਉਹਦੇ ਵਿੱਚੋਂ ਮੈਨੂੰ ਆਵਾਜ਼ ਸੁਣਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿਵੇਂ ਜਿਵੇਂ ਤੇਜ਼ ਕਰਦਾ ਤਿਵੇਂ ਤਿਵੇਂ ਤੇਜ਼ ਆਵਾਜ਼ ਮੈਨੂੰ ਸੁਣਦੀ ਹੈ। ਆ ਭਾਈ ਬੱਚੇ ਨੂੰ ਫੜ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ
ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਨਾਮ ਦੇ ਅਭਿਆਸ ਕਰਨ ਵਾਲਿਆਂ ਤੇ। ਜਦੋਂ ਉਹ ਮਹਾਂਪੁਰਖਾਂ ਨੂੰ ਦੱਸ ਰਿਹਾ ਸੀ, ਕਹਿੰਦਾ ਕਿ ਮਹਾਂਪੁਰਖੋ ਜਿਵੇਂ ਜਿਵੇਂ ਆਪਣੀ ਕਾਰ ਦੀ ਰਫ਼ਤਾਰ ਤੇਜ਼ ਕਰਦਾ ਤਿਵੇਂ ਤਿਵੇਂ ਆਵਾਜ਼ ਸੁਣਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਮਹਾਂਪੁਰਖ ਹੱਸ ਪਏ, ਕਹਿੰਦੇ ਕਿ ਡਾਕਟਰ ਸਾਹਿਬ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਇੱਦਾਂ ਦੀ ਅਵਸਥਾ ਸੁਣਾ ਦੇਵੋ, ਸਾਨੂੰ ਵੀ ਇੱਦਾਂ ਦੇ ਜੀਵਨ ਦੇ ਵਿੱਚ ਦਿਖਾ ਦੇਵੋ। ਤੇ ਫਿਰ ਮੁਸਕਰਾ ਕੇ ਕਹਿਣ ਲੱਗੇ, ਮਹਾਂਪੁਰਖੋ ਮੈਂ ਆਪਣੇ ਜੀਵਨ ਦੀ ਜਿਹੜੀ ਅਨੋਖੀ ਅਵਸਥਾ ਹੈ ਨਾ, ਕਿਸੇ ਨਾਲ ਅੱਜ ਤੱਕ ਦੱਸੀ ਨਹੀਂ ਹੈ, ਕਿਸੇ ਤਾਂ ਸ਼ੇਅਰ ਨਹੀਂ ਕੀਤੀ, ਤੁਹਾਨੂੰ ਦੱਸੀ ਹੈ। ਹੁਣ ਤੁਸੀਂ ਛਪਾਓ ਨਾ, ਤੁਸੀਂ ਵੀ ਕੋਈ ਨਾ ਕੋਈ ਐਸੀ ਅਵਸਥਾ ਦੱਸਣਾ ਕਰੋ, ਕਿਉਂਕਿ ਆਪ ਜੀ ਦੀ ਬਹੁਤ ਮਹਿਮਾ ਸੁਣੀ, ਆਪ ਜੀ ਬੰਦਗੀ ਕਰਨ ਵਾਲੇ ਮਹਾਂਪੁਰਖ ਹੋ, ਟਕਸਾਲ ਦੇ ਜਥੇਦਾਰ ਹੋ। ਉਸ ਸਮੇਂ ਕਹਿੰਦੇ ਡਾਕਟਰ ਸਾਹਿਬ ਜਿਹੜੇ ਕੰਨਾਂ ਵਿੱਚ ਟੂਟੀਆਂ ਲਾਈਆਂ ਨੇ, ਇਹ ਚੈੱਕ ਕਰਨ ਦੇ ਵਾਸਤੇ ਆਏ ਹੋ, ਸਾਡੇ ਸਰੀਰ ਨੂੰ ਲਾਗ ਕਰਕੇ ਤਾਂ ਦੇਖੋ ਕੀ ਬਿਮਾਰੀ ਹੈ, ਕੀ ਰੋਗ ਹੈ ਸਾਡੇ ਸਰੀਰ ਨੂੰ। ਜਦੋਂ ਸਾਧ ਸੰਗਤ ਜੀ ਉਹ ਡਾਕਟਰ ਨੇ ਮਹਾਂਪੁਰਖਾਂ ਦੇ ਸਰੀਰ ਦੇ ਨਾਲ ਟੂਟੀਆਂ ਲਾਈਆਂ ਤੇ ਉਸ ਸਮੇਂ ਦੇਸ਼ ਕਾਲ ਵਸਤੂ ਸਭ ਕੁਝ ਉਹਨੂੰ ਭੁੱਲ ਗਿਆ, ਆਪਣਾ ਸਰੀਰ ਦੇ ਵੀ ਉਹਨੂੰ ਸੁਰਤ ਭੁੱਲ ਗਏ ਕਿੱਥੇ ਬੈਠਾ ਹੈ। ਜਿੱਥੇ ਵੀ ਸਰੀਰ ਤੇ ਲਾ ਕੇ ਦੇਖਦਾ ਵਾਹਿਗੁਰੂ 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 ਆਵਾਜ਼ ਸੁਣੀ ਜਾਂਦੀ ਹੈ, ਪਤਾ ਨਹੀਂ ਕਿ ਕਿੱਥੇ ਬੈਠਾ ਹੋਇਆ। ਫਿਰ ਉਹਦੀ ਸੁਰਤ ਨੂੰ ਜਗਾਇਆ, ਕਹਿੰਦੇ ਹੋਰ ਵੀ ਸਰੀਰ ਤੇ ਥਾਵਾਂ ਤੇ ਲਾ ਲਾ ਕਰਕੇ ਦੇਖ ਲਓ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਚਰਨਾਟ ਸੁਣਦੀ ਪਈ ਸੀਗੀ। ਤੇ ਕਹਿਣ ਲੱਗਾ ਮਹਾਂਪੁਰਖੋ ਜਿਵੇਂ ਮੈਂ ਸੁਣਿਆ ਸੀ ਨਾ ਤਿਵੇਂ ਅੱਜ ਪ੍ਰਤੱਖ ਤੁਹਾਨੂੰ ਦੇਖ ਲਿਆ ਹੈ। ਐਸੇ ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਨਾਂ ਦੀ ਰੋਮ ਰੋਮ ਜ਼ੁਬਾਨ ਬਣ ਜਾਂਦੀ ਹੈ, ਰਸਨਾ ਰੂਪ ਧਾਰਨ ਕਰ ਲੈਂਦੇ ਹਰ ਇੱਕ ਰੋਮ। ਤੇ ਕਿੰਨੇ ਸਾਧ ਸੰਗਤ ਜੀ ਕਿੰਨੇ ਕਿੰਨੇ ਨੀਲ ਰੋਮ ਮੰਨੇ ਗਏ ਸਰੀਰ ਤੇ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਹੀ ਕਰਨ ਲੱਗ ਪੈਂਦੇ ਰੋਮ ਰੋਮ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਬਿਨ ਨਾਵੇ ਨਾਹੀ ਕੋ ਥਾਓ। ਉਹ ਜਾਣਦੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਦੂਜੀ ਥਾਂ ਹੈ ਹੀ ਨਹੀਂ ਹੈ। ਇਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਇੱਕ ਹੋਰ ਘਟਨਾ ਮਿਲਦੀ ਹੈ ਸਾਧ ਸੰਗਤ ਜੀ। ਭਿੰਡਰਾਂ ਨਗਰ ਦੀ ਸਾਧ ਸੰਗਤ ਤੇ ਗਾਥਾ ਹੈ। ਉੱਥੇ ਸਿੰਘਾਂ ਨੇ ਇੱਕ ਵਾਰ ਬੇਨਤੀ ਕੀਤੀ ਸੀਗੀ ਕਿ ਮਹਾਂਪੁਰਖੋ ਇਹ ਜੋ ਗੁਰਬਾਣੀ ਵਿੱਚ ਬਚਨ ਹੈ ਇਹ ਕਿਵੇਂ ਸਾਨੂੰ ਭਰੋਸਾ ਹੋਵੇ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਕਿ ਹਰ ਕੋਈ ਪਰਮੇਸ਼ਰ ਦਾ ਜਾਪ ਕਰਦਾ। ਤੇ ਮਹਾਂਪੁਰਖ ਕਹਿੰਦੇ ਸਣੇ ਕੇਸੀ ਇਸ਼ਨਾਨ ਕਰਕੇ ਨਿਤਨੇਮ ਕਰਕੇ ਅੰਮ੍ਰਿਤ ਵੇਲੇ ਆਵਣਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ, ਮਹਾਰਾਜ ਪ੍ਰਤੱਖ ਦਿਖਾਵਣਗੇ। ਜਦੋਂ ਆਏ ਪੰਜ ਸਿੰਘਾਂ ਨੂੰ ਮਿਲ ਕਰਕੇ ਨਾਲ ਮਹਾਂਪੁਰਖ ਵਿੱਚ ਸ਼ਾਮਲ ਸਨ, ਅਰਦਾਸ ਕੀਤੀ। ਜਦੋਂ ਹੁਕਮਨਾਮਾ ਸਭ ਲੈਣ ਲੱਗੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਇਆ। ਕਿਸੇ ਵੀ ਸਿੰਘ ਨੂੰ ਕੋਈ ਅੱਖਰ ਨਹੀਂ ਦਿਸਿਆ, ਕਿਉਂਕਿ ਸਾਧ ਸੰਗਤ ਜੀ ਅਸੀਂ ਬੁੱਧੀ ਜੀਵ ਹਾਂ, ਸਾਨੂੰ ਗੁਰੂ ਕੀ ਬਾਣੀ ਅੱਖਰ ਨਜ਼ਰ ਆਉਂਦੇ ਹੈ, ਪਰ ਹੈ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਤੇ ਪ੍ਰਕਾਸ਼ ਸਰੂਪ ਹੈ। ਸਾਡੀ ਇਹ ਬੁੱਧੀ ਦੀ ਪਕੜ ਵਿੱਚ ਨਹੀਂ ਹੈ, ਪਰ ਜਿਨ੍ਹਾਂ ਨੇ ਉਹ ਸ਼ਬਦ ਰੂਪ ਹੀ ਹੋ ਜਾਣਾ ਕੀਤਾ ਤਿੰਨਾਂ ਗੁਰਮੁਖਾਂ ਬੰਦਗੀ ਕਰਨ ਵਾਲਿਆਂ ਨਜ਼ਰ ਆਉਂਦਾ ਹੈ ਕਿ ਅਸਲ ਦੇ ਵਿੱਚ ਮਹਾਰਾਜ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਹੀ ਸਰੂਪ ਹਨ। ਇਸ ਪ੍ਰਕਾਰ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਇਆ ਤੇ ਸਿੰਘ ਦੇਖ ਕਰਕੇ ਬੜੇ ਹੈਰਾਨ ਹੋਏ। ਫਿਰ ਕਹਿੰਦੇ ਕਿ ਜਾਓ ਉਹ ਕੰਧਾਂ ਨੂੰ ਕੰਨ ਲਾ ਕਰਕੇ ਸੁਣੋ। ਜਦੋਂ ਸੁਣਿਆ ਤੇ ਕੰਧਾਂ ਦੇ ਵਿੱਚੋਂ ਸਾਧ ਸੰਗਤ ਜੀ ਵਾਹਿਗੁਰੂ 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 ਦੀ ਆਵਾਜ਼ ਸੁਣੀ। ਫਿਰ ਜਦੋਂ ਦਰਵਾਜ਼ਿਆਂ ਦੇ ਨਾਲ ਆਵਾਜ਼ ਕੰਨ ਲਾਈ ਤੇ ਉਹਨਾਂ ਵਿੱਚੋਂ ਮੂਲ ਮੰਤਰ ਦੀ ਆਵਾਜ਼ ਸੁਣਨਾ ਕੀਤੀ। ਇਸ ਪ੍ਰਕਾਰ ਸਿੱਧ ਕਰ ਦਿੱਤਾ ਕਿ ਬਿਨ ਨਾਵੇ ਨਾਹੀ ਕੋ ਥਾਓ। ਕੋਈ ਵੀ ਐਸੀ ਥਾਂ ਨਹੀਂ ਜਿੱਥੇ ਪਰਮੇਸ਼ਰ ਦੇ ਨਾਮ ਦੀ ਧੁਨੀ ਨਹੀਂ ਹੈ, ਸਭ ਥਾਵਾਂ ਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹੈ, ਸਿੱਖੋ ਪਰ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਭਾਵਨਾ ਦੇ ਨਾਲ ਪਰਮੇਸ਼ਰ ਦਾ ਜਾਪ ਕਰਦੇ ਹਨ। ਕੁਦਰਤ ਕਾਵਣ ਕਹਾ ਵਿਚਾਰ। ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਬੰਦਗੀ ਕਰਨ ਵਾਲੇ ਐਸੇ ਨਾਮ ਦੇ ਅਭਿਆਸੀਆਂ ਦੀ ਕਿੰਨੀ ਕੁ ਸ਼ਕਤੀ ਅੰਦਰ, ਉਹਨਾਂ ਦੇ ਆਤਮਿਕ ਸ਼ਕਤੀ ਕਥਨ ਕੀਤੀ ਜਾ ਸਕਦੀ ਹੋਵੇਗੀ। ਹਜ਼ੂਰ ਕਹਿੰਦੇ ਉਹਨਾਂ ਦੀ ਕੁਦਰਤ ਸ਼ਕਤੀ ਨੂੰ ਕੌਣ ਕਥਨ ਕਰ ਸਕਦਾ ਹੈ। ਕਿਸੇ ਵਿੱਚ ਐਨੀ ਤਾਕਤ ਨਹੀਂ ਹੈ।
ਪਰਮੇਸ਼ਰ ਦੇ ਪਿਆਰਿਆਂ ਦੀ ਸ਼ਕਤੀ ਨੂੰ, ਆਤਮਿਕ ਬਲ ਨੂੰ ਕਥਨ ਕਰ ਸਕੇ। ਵਾਰਿਆ ਨਾ ਜਾਵਾ ਏਕ ਵਾਰ, ਇਹ ਗੁਰਸਿੱਖੋ ਬਹੁਤੀ ਤਾਂ ਕਿ ਇੱਕ ਰੋਮ ਮਾਤਰ ਵੀ ਉਹਨਾਂ ਦੀ ਸ਼ਕਤੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪੈਂਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਕਿਉਂਕਿ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਆ। ਉਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ, ਨਿਸ਼ਚੈ ਕਰਕੇ ਮੰਨਦੇ ਆ। ਪਰਮਾਤਮਾ ਜਿਵੇਂ ਆਪ ਜੀ ਨੂੰ ਭਾਵਦਾ ਹੈ ਤਿਵੇਂ ਹੀ ਕਾਰ ਭਲੀ ਹੈ। ਮਹਾਰਾਜ ਤਿਵੇਂ ਹੀ ਚੰਗਾ ਹੈ। ਜੀਵਨ ਦੇ ਵਿੱਚ ਦੁੱਖ ਮਿਲਿਆ, ਸੁੱਖ ਮਿਲਿਆ, ਸਮਾਨ ਬਿਰਤੀ ਰੱਖ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਤੂੰ ਸਦਾ ਸਲਾਮਤ ਨਿਰੰਕਾਰ, ਅਤੇ ਪਰਮੇਸ਼ਰ ਨੂੰ ਨਿਸ਼ਚੈ ਕਰਕੇ ਜਾਣਦੇ ਪਰਮਾਤਮਾ ਆਪ ਸਦੀਵੀ ਕਾਲ ਵਾਸਤੇ ਸਲਾਮਤ ਸਰੂਪ ਹੋ। ਮਹਾਰਾਜ ਸਦਾ ਹੀ ਆਪ ਜੀ ਦਾ ਸੱਚਾ ਸਰੂਪ ਹੈ। ਇਹ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।